ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਆਪ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਤੇ ਸੁਖਮਨੀ ਸਾਹਿਬ ਜੀ ਦਾ ਜੋ ਕੇਂਦਰੀ ਭਾਵ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। यानी जो प्रभु का नाम, प्रभु का हुक्म है, ये सारे सुखों की मनी है, यानी सारे सुखों का राज है, सारे सुखों का सार है। और जो प्रभु के प्यारे ने, उन्होंने मन के अंदर प्रभु के हुक्म का निवास है। भाव प्रभु के प्यारे प्रभु के हुक्म नूं मन करके प्रीत करते हैं और प्रभु की हुक्म रजा के अंदर अपनी जिंदगी जींदे हैं। और इस तो अगली जो विचार है वो बड़े प्यार दे नाल विचारन दा यतन करिए। मिथ्या श्रवण पर निंदा सुने, इसनों श्रवण नहीं पढ़ना, स्र पढ़ना है स्र करके, क्योंकि सस्से दे पैर थले अद्धा रारा है श्रवण। मिथ्या श्रवण पर निंदा सुने, मिथ्या का मतलब व्यर्थ, पर निंदा का मतलब पराई निंदा। मनुख दे कान व्यर्थ ने, बेकार ने, जे वो पराई निंदिया सुनते ने। यानी हुण साडी जिंदगी का मकसद ये है कि साडे जीवन के अंदर सुख शांति आवे। ते सुख शांति तां आएगी जे असीं पॉजिटिव विचार सुनांगे, सच सुनांगे। ए श्रवण हो मेरे हो, सच है सुनने नूं पठाए, शुभ गुण सुनांगे। ते जदों साडी जिंदगी दे अंदर शुभ गुण अंदर साडे जाणगे, सकारात्मक सोच अंदर जाएगी, ते जो कुछ अंदर जाना है उन्हें ही बाहर प्रगट होना है। ते उन्हां कम्मां राहीं ही साडी जिंदगी विच सुख जां दुख पैदा होएगा। ते जे असीं पराई बखीली ही सुनदे हां, जे असीं पराई निंदिया ही सुनदे हां, तां उहदे नाल की होएगा कि साडे अंदर दूजे मनुख की इमेज गलत बनेगी। जिहदे खिलाफ असीं सुनांगे ਉਹਦੀ ਇਮੇਜ ਵੀ ਸਾਡੇ ਅੰਦਰ ਗਲਤ ਬਣੇਗੀ। ਤੇ ਜਦੋਂ ਕਿਸੇ ਮਨੁੱਖ ਦੀ ਇਮੇਜ ਗਲਤ ਅਸੀਂ ਬਣਾ ਲਵਾਂਗੇ, ਜਦੋਂ ਉਹ ਸਾਡੇ ਸਾਹਮਣੇ ਆਏਗਾ ਤਾਂ ਸਾਡੇ ਅੰਦਰੋਂ ਵਿਹਾਰ ਵੀ ਉਹਦੇ ਵਾਸਤੇ ਗਲਤ ਹੀ ਪੈਦਾ ਹੋਏਗਾ, ਵਿਚਾਰ ਗਲਤ ਪੈਦਾ ਹੋਣਗੇ ਤੇ ਉਸ ਗਲਤ ਵਿਹਾਰ ਦਾ ਨਤੀਜਾ ਵੀ ਗਲਤ ਨਿਕਲੇਗਾ। ਜੇ ਅਸੀਂ ਹਮੇਸ਼ਾ ਇਹ ਸੁਣਦੇ ਹਾਂ ਕਿ ਅਸੀਂ ਕੁਝ ਨਹੀਂ ਕਰ ਸਕਦੇ, ਕਾਮਯਾਬ ਨਹੀਂ ਹੋ ਸਕਦੇ, ਤਾਂ ਅਸੀਂ ਨਹੀਂ ਹੋ ਪਾਵਾਂਗੇ। ਜੇ ਅਸੀਂ ਇਹੀ ਸੁਣਾਂਗੇ ਕਿ ਇਹ ਸੰਸਾਰ ਬੜਾ ਮਾੜਾ ਹੈ, ਪਾਪਾਂ ਦਾ ਭਰਿਆ ਹੋਇਆ ਹੈ, ਇੱਥੇ ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਲੋਕ ਬੜੇ ਬੁਰੇ ਨੇ, ਤਾਂ ਸਾਡੇ ਅੰਦਰ ਇਹੀ ਭਾਵਨਾਵਾਂ ਪੈਦਾ ਹੋਣਗੀਆਂ। ਤੇ ਜੇ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਸੁਣਾਂਗੇ, ਆਪਣੀ ਪਤਨੀ ਦੇ ਖਿਲਾਫ, ਪਤੀ ਦੇ ਖਿਲਾਫ, ਭੈਣਾਂ ਭਰਾਵਾਂ ਦੇ ਖਿਲਾਫ, ਤਾਂ ਉਹਨਾਂ ਦੀ ਇਮੇਜ ਸਾਡੇ ਅੰਦਰ ਉਸੇ ਤਰ੍ਹਾਂ ਦੀ ਬਣ ਜਾਏਗੀ, ਤਾਂ ਸਾਡੀ ਜ਼ਿੰਦਗੀ ਅੰਦਰ ਸੁੱਖ ਪੈਦਾ। ਇਸ ਲਈ ਗੁਰੂ ਜੀ ਕਹਿੰਦੇ ਨੇ ਉਹ ਕੰਨ ਵਿਅਰਥ ਨੇ ਜਿਹੜੇ ਕੰਨ ਪਰਾਈ ਬਖੀਲੀ ਸੁਣਦੇ ਨੇ। ਕਹਿਣ ਤੋਂ ਭਾਵ ਕਿ ਸਾਨੂੰ ਆਪਣੇ ਕੰਨਾਂ ਦੇ ਨਾਲ ਕਿਸੇ ਦੀ ਬਖੀਲੀ ਨਹੀਂ ਸੁਣਨੀ ਚਾਹੀਦੀ ਔਰ ਜਿਹੜੇ ਨੈਗੇਟਿਵ ਵਿਚਾਰ ਨੇ ਉਹ ਨਹੀਂ ਸੁਣਨੇ ਚਾਹੀਦੇ। ਜੇ ਸਾਡੇ ਸਾਹਮਣੇ ਆਣ ਕੇ ਕੋਈ ਕਿਸੇ ਦੀ ਬਖੀਲੀ ਕਰਨ ਲੱਗੇ, ਬੁਰਾਈ ਕਰਨ ਲੱਗੇ, ਨੈਗੇਟਿਵ ਬੋਲੇ, ਤਾਂ ਉਸਨੂੰ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਕਹਿ ਦਿਓ ਕਿ ਵੀਰ ਜਾਂ ਭੈਣ ਵੀ ਇਹ ਕੰਮ ਨਾ ਕਰ, ਕੋਈ ਪੋਜ਼ਿਟਿਵ ਗੱਲ ਸੁਣਾ, ਕੋਈ ਵਿਕਾਸ ਦੀ ਗੱਲ ਕਰ, ਵਿਸ਼ਵ ਸ਼ਾਂਤੀ ਦੀ ਗੱਲ ਕਰ, ਗੁਰੂ ਦੀ ਗੱਲ ਕਰ, ਰੱਬ ਦੀ ਗੱਲ ਕਰ, ਜਾਂ ਕੋਈ ਆਪਣੀ ਪ੍ਰੋਬਲਮ ਹੈ ਉਹ ਅਸੀਂ ਸਾਂਝੀ ਕਰ ਲੈਂਦੇ ਹਾਂ, ਲੇਕਿਨ ਬਖੀਲੀ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਵਿਅਰਥ ਨੇ ਉਹ ਕੰਨ। ਮਿਥਿਆ ਹਸਤ ਪਰ ਦਰਬ ਕੋ ਹਿਰੈ। ਇੱਥੇ ਹਸਤ ਦਾ ਮਤਲਬ ਹੈ ਹੱਥ। ਜਦੋਂ ਹਸਤ ਦਾ ਮਤਲਬ ਹੱਥ ਹੀ ਹੁੰਦਾ ਹੈ ਤਾਂ ਉਸ ਦੇ ਨਾਲ ਕਰੀਬ ਕਰੀਬ ਸਿਹਾਰੀ ਲੱਗੀ ਹੁੰਦੀ ਹੈ। ਇੱਥੇ ਹਸਤ ਦਾ ਮਤਲਬ ਹੱਥ। ਉਹ ਹੱਥ ਵਿਅਰਥ ਨੇ ਜੋ ਪਰਾਏ ਧਨ ਨੂੰ ਚੁਰਾਉਂਦੇ ਨੇ। ਹਿਰੇ ਦਾ ਮਤਲਬ ਚੁਰਾਉਣਾ ਔਰ ਦਰਬ ਦਾ ਮਤਲਬ ਪਰਾਇਆ ਧਨ। ਉਹ ਹੱਥ ਵਿਅਰਥ ਨੇ ਜਿਹੜੇ ਪਰਾਏ ਧਨ ਨੂੰ ਚੁਰਾਉਂਦੇ ਨੇ। ਹੁਣ ਦੇਖੋ, ਇਹਨਾਂ ਹੱਥਾਂ ਦੇ ਨਾਲ ਅਸੀਂ ਕੰਮ ਕਰਨਾ ਹੈ ਤੇ ਜੋ ਅਸੀਂ ਕੰਮ ਕਰਾਂਗੇ ਉਹਦਾ ਹੀ ਰਿਜ਼ਲਟ ਸਾਡੀ ਜ਼ਿੰਦਗੀ ਵਿੱਚ ਆਉਣਾ ਹੈ, ਚੰਗਾ ਜਾਂ ਮਾੜਾ। ਜੇ ਅਸੀਂ ਇਹਨਾਂ ਹੱਥਾਂ ਦੇ ਨਾਲ ਸੱਚੀ ਸੁੱਚੀ ਕਿਰਤ ਕਰਦੇ ਹਾਂ, ਈਮਾਨ ਨਾਲ,
ਔਰ ਇਹਨਾਂ ਹੱਥਾਂ ਦੇ ਨਾਲ ਕਿਸੇ ਦੀ ਹੈਲਪ ਕਰਦੇ ਹਾਂ ਤਾਂ ਇਹ ਹੱਥਾਂ ਦੁਆਰਾ ਕੀਤੇ ਹੋਏ ਕੰਮ ਹੀ ਸਾਡੀ ਜ਼ਿੰਦਗੀ ਅੰਦਰ ਖੁਸ਼ੀ ਔਰ ਸੁੱਖ ਪੈਦਾ ਕਰਨਗੇ। ਪਰ ਜੇ ਇਹਨਾਂ ਹੱਥਾਂ ਨਾਲ ਅਸੀਂ ਨਸ਼ੇ ਵਰਤਦੇ ਹਾਂ, ਬੇਗਾਨੇ ਹੱਕ ਕਿਸੇ ਵੀ ਢੰਗ ਦੇ ਨਾਲ ਖਾਂਦੇ ਹਾਂ, ਤਾਂ ਇਹਨਾਂ ਹੱਥਾਂ ਦੇ ਨਾਲ ਕੀਤਾ ਹੋਇਆ ਕੋਈ ਵੀ ਕਰਮ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਨਹੀਂ ਕਰੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਵਿਅਰਥ ਨੇ ਉਹ ਹੱਥ ਜਿਹੜੇ ਪਰਾਏ ਧਨ ਨੂੰ, ਪਰਾਏ ਹੱਕਾਂ ਨੂੰ ਖਾਂਦੇ ਨੇ, ਚੁਰਾਉਂਦੇ। ਮਿਥਿਆ ਨੇਤਰ ਪੇਖਤ ਪਰ ਤ੍ਰਿਏ ਰੂਪਾਦ। ਰੂਪਾਦ ਦਾ ਮਤਲਬ ਰੂਪ ਆਦਿਕ, ਨੇਤਰ ਦਾ ਮਤਲਬ ਅੱਖਾਂ, ਤ੍ਰਿਏ ਦਾ ਮਤਲਬ ਇਸਤਰੀ। ਅੱਖਾਂ ਵਿਅਰਥ ਨੇ ਜੋ ਪਰਾਈ ਔਰਤ ਦਾ ਰੂਪ ਕਾਮੁਕ ਨਜ਼ਰਾਂ ਦੇ ਨਾਲ ਤੱਕਦੀਆਂ ਨੇ, ਉਹ ਅੱਖਾਂ ਠੀਕ ਨਹੀਂ ਹਨ। ਦੇਖੋ, ਗੁਰੂ ਜੀ ਨੇ ਸਾਨੂੰ ਇੱਕ ਬਖਸ਼ਿਸ਼ ਕੀਤੀ ਹੈ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਕਿ ਇਹ ਵਿਸ਼ਵ, ਇਹ ਸੰਸਾਰ ਜੋ ਤੁਸੀਂ ਵੇਖ ਰਹੇ ਹੋ, ਇਹਨੂੰ ਰੱਬ ਦੇ ਰੂਪ ਦੇ ਅੰਦਰ ਵੇਖਣ ਦਾ ਯਤਨ ਕਰੋ। ਹੁਣ ਜਦੋਂ ਕੋਈ ਵੀ ਮਨੁੱਖ ਪਰਾਈ ਔਰਤ ਨੂੰ ਮਾੜੀ ਨਜ਼ਰ ਦੇ ਨਾਲ ਤੱਕੇਗਾ ਤਾਂ ਕੀ ਉਹਨੂੰ ਉਸ ਔਰਤ ਤੋਂ ਮਾਣ ਸਤਿਕਾਰ ਮਿਲੇਗਾ? ਜੇ ਕੋਈ ਔਰਤ ਪਰਾਏ ਮਰਦ ਨੂੰ ਮਾੜੀ ਨਜ਼ਰ ਨਾਲ ਤੱਕਦੀ ਹੈ ਤਾਂ ਕੀ ਉਹ ਮਾਣ ਸਤਿਕਾਰ ਪਾਏਗੀ? ਇਸ ਤਰ੍ਹਾਂ ਤਾਂ ਸੰਸਾਰ ਦੇ ਅੰਦਰ ਸੁੱਖ ਨਹੀਂ ਨਾ ਮਿਲ ਸਕਦਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਹਨਾਂ ਅੱਖਾਂ ਦੇ ਨਾਲ ਤੁਸੀਂ ਵੇਖੋ। ਔਰਤ ਨੂੰ ਵੇਖਣ ਵਾਸਤੇ ਸਾਡੇ ਕੋਲ 3 ਐਂਗਲ ਨੇ, ਬੇਟੀ, ਭੈਣ ਔਰ ਮਾਂ। ਜੋ ਹਮ ਉਮਰ ਔਰਤ ਹੈ ਉਸਨੂੰ ਭੈਣ ਦੇ ਰੂਪ ਵਿੱਚ ਵੇਖੋ, ਆਪਣੇ ਤੋਂ ਛੋਟੀ ਉਮਰ ਦੀ ਜੋ ਔਰਤ ਹੈ ਉਸਨੂੰ ਬੇਟੀ, ਔਰ ਆਪਣੇ ਤੋਂ ਵੱਡੀ ਉਮਰ ਦੀ ਔਰਤ ਨੂੰ ਮਾਂ ਦੇ ਸਮਾਨ ਤੱਕੋ। ਇਹੀ 3 ਐਂਗਲ ਔਰਤ ਕੋਲ ਹੋਣੇ ਚਾਹੀਦੇ ਨੇ ਆਪਣੇ ਪਤੀ ਤੋਂ ਇਲਾਵਾ। ਜੇ ਕੋਈ ਪਰਾਇਆ ਮਰਦ ਉਮਰ ਤੋਂ ਵੱਡਾ ਹੈ ਤਾਂ ਉਹਨੂੰ ਪਿਤਾ ਦੇ ਰੂਪ ਵਿੱਚ, ਹਮ ਉਮਰ ਨੂੰ ਭਰਾ ਦੇ ਰੂਪ ਵਿੱਚ, ਔਰ ਛੋਟੇ ਨੂੰ ਬੇਟੇ ਦੇ ਰੂਪ ਵਿੱਚ ਵੇਖਣ ਦਾ ਯਤਨ ਕਰੋ। ਜਦੋਂ ਮਨੁੱਖ ਸਮਾਜ ਅੰਦਰ ਐਸਾ ਨਜ਼ਰੀਆ ਬਣਾ ਲੈਣਗੇ ਤਾਂ ਇਸ ਸਮਾਜ ਦੇ ਅੰਦਰ ਇੱਕ ਭਰਾਤਰੀ ਭਾਵ ਪੈਦਾ ਹੋਏਗਾ, ਇੱਕ ਦੂਜੇ ਉੱਤੇ ਵਿਸ਼ਵਾਸ ਦੀ ਭਾਵਨਾ ਜਾਗੇਗੀ। ਸਾਡਾ ਇਹ ਸੰਸਾਰ ਸਵਰਗ ਬਣੇਗਾ, ਸਾਡਾ ਆਚਰਨ, ਸਾਡੀ ਸੋਚ ਉੱਚੀ ਔਰ ਮਹਾਨ ਹੋਏਗੀ। ਇਸ ਲਈ ਗੁਰੂ ਜੀ ਕਹਿੰਦੇ ਨੇ, ਉਹ ਅੱਖਾਂ ਵਿਅਰਥ ਨੇ ਜੋ ਪਰਾਏ ਰੂਪ ਨੂੰ ਕਾਮੁਕ ਨਜ਼ਰਾਂ ਦੇ ਨਾਲ ਤੱਕਦੀਆਂ ਨੇ। ਮਿਥਿਆ ਰਸਨਾ ਭੋਜਨ ਅਨਸਵਾਦ। ਅਨਸਵਾਦ ਦਾ ਮਤਲਬ ਜੋ ਹੋਰ ਸਵਾਦ ਨੇ, ਅਨ ਦਾ ਮਤਲਬ ਹੋਰ, ਅਨਸਵਾਦ ਦਾ ਮਤਲਬ ਰਸ ਕਸ, ਚਸਕੇ। ਜੀਭ ਵਿਅਰਥ ਹੈ ਜੋ ਕੇਵਲ ਚਸਕਿਆਂ ਦੇ ਵਿੱਚ ਹੀ ਲੱਗੀ ਹੋਈ ਹੈ। ਜੀਭ ਵਿਅਰਥ ਹੈ ਜੋ ਚਸਕਿਆਂ ਵਿੱਚ ਲੱਗੀ ਹੈ। ਹੁਣ ਦੇਖੋ, ਜੇ ਬੰਦਾ ਖਾਣ ਪੀਣ ਦੇ ਚਸਕਿਆਂ ਵਿੱਚ ਹੀ ਲੱਗਾ ਰਹੇ ਤਾਂ ਉਹ ਬੰਦਾ ਵਿਕਾਸ ਨਹੀਂ ਕਰ ਪਾਏਗਾ, ਆਪਣੀ ਸਿਹਤ ਵੀ ਵਿਗਾੜ ਲਵੇਗਾ। ਔਰ ਜਿਹੜੀ ਜੀਵ ਨਿੰਦਾ ਚੁਗਲੀ ਦੇ ਚਸਕਿਆਂ ਵਿੱਚ ਹੀ ਲੱਗੀ ਹੈ, ਉਹ ਬੰਦਾ ਵੀ ਵਿਕਾਸ ਨਹੀਂ ਕਰ ਪਾਏਗਾ। ਪਰ ਜੇ ਇਸ ਜ਼ਬਾਨ ਦੇ ਨਾਲ ਕੋਈ ਬੰਦਾ ਪੋਜ਼ਿਟਿਵ ਬੋਲਦਾ ਹੈ, ਸਕਾਰਾਤਮਕ ਬੋਲਦਾ ਹੈ, ਗੁਰਬਾਣੀ ਦਾ ਪਾਠ ਕਰਦਾ ਹੈ, ਸਕਾਰਾਤਮਕ ਬੋਲਦਾ ਹੈ ਔਰ ਸੰਸਾਰ ਦੇ ਭਲੇ ਦੀਆਂ ਗੱਲਾਂ ਕਰਦਾ ਹੈ, ਤਾਂ ਇਹ ਜ਼ਬਾਨ ਉਹਦੇ ਅੰਦਰ ਵਿਗਾਸਤਾ ਪੈਦਾ ਕਰੇਗੀ। ਪਰ ਜੇ ਇਸੇ ਜ਼ਬਾਨ ਦੇ ਅੰਦਰ ਨਾਲ ਕੋਈ ਨਕਾਰਾਤਮਕ ਬੋਲ ਬੋਲਦਾ ਹੈ, ਨੈਗੇਟਿਵ, ਨਿੰਦਾ ਚੁਗਲੀ ਵਾਲੇ, ਐਸੀ ਜ਼ਬਾਨ ਜਿਹੜੀ ਹੈ ਬੰਦੇ ਨੂੰ ਗਰਤ ਵੱਲ ਲੈ ਜਾਏਗੀ। ਤੇ ਜੇ ਬੰਦਾ ਖਾਣ ਪੀਣ ਦੇ ਚਸਕਿਆਂ ਵਿੱਚ ਹੀ ਲੱਗਾ ਹੋਇਆ ਹੈ ਤੇ ਇਹ ਨਹੀਂ ਵਿਚਾਰਦਾ ਕਿ ਕਿਹੜੀ ਸ਼ੈ ਮੇਰੇ ਲਈ ਸਿਹਤ ਲਈ ਠੀਕ ਹੈ, ਕਿਹੜੀ ਨਹੀਂ ਠੀਕ, ਤਾਂ ਉਹਨੂੰ ਬਿਮਾਰ ਕਰ ਦੇਵੇਗੀ। ਇਸ ਲਈ ਸਾਡੀ ਜ਼ਬਾਨ ਜਿਹੜੀ ਹੈ ਨਾ, ਇਹ ਸਾਡੇ ਸੁੱਖ ਔਰ ਦੁੱਖ ਦੇ ਅੰਦਰ ਸਹਾਇਕ ਹੈ। ਜ਼ਬਾਨ ਰਾਹੀਂ ਸਾਡੀ ਜ਼ਿੰਦਗੀ ਵਿੱਚ ਸੁੱਖ ਔਰ ਦੁੱਖ ਪੈਦਾ ਹੁੰਦੇ ਨੇ। ਜਿਵੇਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਹੈ ਕਿ 70-80 ਕਿਲੋ ਸਰੀਰ ਨੂੰ ਸੰਭਾਲਣ ਦੀ ਬਜਾਏ ਬੰਦਾ 50-60 ਗ੍ਰਾਮ ਦੀ ਜ਼ਬਾਨ ਨੂੰ ਸੰਭਾਲ ਲਵੇ ਤਾਂ ਇਹਨੂੰ ਜ਼ਿਆਦਾ ਲਾਭ ਹੋ ਸਕਦਾ ਹੈ। ਜ਼ਬਾਨ ਦੇ ਨਾਲ ਸਕਾਰਾਤਮਕ ਬੋਲ ਬੋਲਣੇ, ਪੋਜ਼ਿਟਿਵ ਬੋਲ ਬੋਲਣੇ ਚਾਹੀਦੇ ਨੇ। ਮਿਥਿਆ ਚਰਨ ਪਰ ਵਿਕਾਰ ਕੋ ਧਾਵੇਂ। ਪਰ ਵਿਕਾਰ ਦਾ ਮਤਲਬ ਪਰਾਈ ਤਰਫ ਵਿਕਾਰਾਂ ਨੂੰ ਦੌੜਦੇ ਨੇ। ਵਿਕਾਰ ਦਾ ਮਤਲਬ ਵਿਗਾੜ, ਨੁਕਸਾਨ। ਤਾਂ ਉਹ ਪੈਰ ਵਿਅਰਥ ਨੇ ਜੋ ਪਰਾਏ ਨੁਕਸਾਨ ਵਾਸਤੇ ਦੌੜ ਭੱਜ ਕਰਦੇ ਨੇ।
ਹੁਣ ਪੈਰਾਂ ਦੇ ਨਾਲ ਪਰ ਵਿਕਾਰ ਦਾ ਮਤਲਬ ਪਰਾਏ ਵਿਗਾੜ ਵਾਸਤੇ, ਪਰਾਏ ਨੁਕਸਾਨ ਵਾਸਤੇ। ਦੋ ਤਰ੍ਹਾਂ ਦੇ ਲੋਕ ਨੇ, ਇੱਕ ਤੇ ਉਹ ਨੇ ਜੋ ਕਿਸੇ ਦੀ ਹੈਲਪ ਕਰਨ ਵਾਸਤੇ ਜਾ ਰਹੇ ਨੇ, ਤੇ ਇੱਕ ਉਹ ਨੇ ਜੋ ਚੋਰੀ ਕਰਨ ਜਾ ਰਹੇ ਨੇ, ਕਿਸੇ ਦਾ ਨੁਕਸਾਨ ਕਰਨ ਜਾ ਰਹੇ ਨੇ। ਤਾਂ ਹੁਣ ਪੈਰ ਸਾਡੇ ਕਿਸ ਮਕਸਦ ਨੂੰ ਲੈ ਕੇ ਚੱਲ ਰਹੇ ਨੇ, ਉਹ ਮਕਸਦ ਮਹਾਨ ਹੁੰਦਾ ਹੈ ਜਾਂ ਹੋਛਾ ਹੁੰਦਾ ਹੈ। ਉਸ ਮਕਸਦ ਰਾਹੀਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਔਰ ਗਮੀ ਪੈਦਾ ਹੋਣੀ ਹੈ। ਕਿ ਪੈਰਾਂ ਦੇ ਨਾਲ ਚੱਲ ਕੇ ਅਸੀਂ ਕਿੱਧਰ ਜਾ ਰਹੇ ਹਾਂ? ਵਿਭਚਾਰ ਦੇ ਅੱਡਿਆਂ ਵੱਲ, ਰਿਸ਼ਵਤਖੋਰੀ, ਚੋਰ ਬਜ਼ਾਰੀ ਵੱਲ, ਮੜੀਆਂ ਮਸਾਣਾ ਕਬਰਾਂ ਵੱਲ, ਜਾਂ ਕਿਸੇ ਦਾ ਨੁਕਸਾਨ ਕਰਨ ਲਈ, ਚੋਰੀ ਕਰਨ ਲਈ, ਕਿਸੇ ਦੀ ਪ੍ਰਾਪਰਟੀ ਤੇ ਕਬਜ਼ੇ ਕਰਨ ਵਾਸਤੇ। ਜੇ ਅਸੀਂ ਪੈਰਾਂ ਦੇ ਨਾਲ ਐਵੇਂ ਚੱਲਦੇ ਹਾਂ ਤਾਂ ਗੁਰੂ ਜੀ ਕਹਿੰਦੇ ਨੇ ਉਹ ਪੈਰ ਵਿਅਰਥ ਨੇ। ਇਸ ਲਈ ਪੈਰ ਸਫਲੇ ਹੋ ਸਕਦੇ ਨੇ। ਚਰਨ ਚਲੋ ਮਾਰਗ ਗੋਬਿੰਦ, ਪੈਰਾਂ ਦੇ ਨਾਲ ਸਿੱਧੇ ਰਾਹ ਤੇ ਜਾਓ, ਕਿਰਤ ਵਾਲੇ ਰਾਸਤੇ ਤੇ ਜਾਓ, ਧਰਮ ਦੇ ਰਾਸਤੇ ਤੇ ਜਾਓ, ਆਪਣੇ ਫਰਜ਼ ਪੂਰੇ ਕਰਨ ਵਾਸਤੇ ਤੁਰੋ, ਕਿਸੇ ਦੀ ਹੈਲਪ ਕਰਨ ਵਾਸਤੇ ਜਾਓ, ਤਾਂ ਉਹ ਪੈਰ ਸਾਡੀ ਜ਼ਿੰਦਗੀ ਅੰਦਰ ਸੁੱਖ ਪੈਦਾ ਕਰ ਦੇਣਗੇ। ਲੇਕਿਨ ਜੇ ਇਹਨੇ ਪੈਰਾਂ ਦੇ ਨਾਲ ਚੱਲ ਕੇ ਬੰਦਾ ਮਾੜੇ ਪਾਸੇ ਜਾਂਦਾ ਹੈ ਤਾਂ ਗੁਰੂ ਜੀ ਕਹਿੰਦੇ ਨੇ ਉਹ ਪੈਰ ਚੰਗੇ ਨਹੀਂ, ਉਹ ਬੇਕਾਰ ਨੇ, ਉਹ ਵਿਅਰਥ ਨੇ, ਸਾਡੀ ਜ਼ਿੰਦਗੀ ਅੰਦਰ ਦੁੱਖ ਪੈਦਾ ਕਰਨਗੇ। ਮਿਥਿਆ ਮਨ ਪਰ ਲੋਭ ਲੁਭਾਵਹਿ। ਪਰ ਲੋਭ ਦਾ ਮਤਲਬ ਪਰਾਏ ਧਨ ਵਾਸਤੇ ਲੋਭ ਕਰਨਾ। ਤਾਂ ਗੁਰੂ ਜੀ ਕਹਿੰਦੇ ਨੇ ਹੇ ਮਨ, ਤੂੰ ਵੀ ਵਿਅਰਥ ਹੈ ਜੇ ਤੂੰ ਪਰਾਏ ਧਨ ਦਾ ਲੋਭ ਕਰ ਰਿਹਾ ਹੈ। ਹੁਣ ਮਨ ਦੇ ਅੰਦਰ ਵਿਚਾਰ ਪੈਦਾ ਹੋਣੇ ਨੇ, ਚੰਗੇ ਜਾਂ ਮਾੜੇ। ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਮਨ ਅੰਦਰ ਵਿਚਾਰ ਕੈਸੇ ਪੈਦਾ ਕਰਾਂਗੇ। ਜੇ ਤਾਂ ਬੰਦਾ ਈਰਖਾ, ਨਿੰਦਾ, ਚੁਗਲੀ, ਪਾਪ ਵਿਕਾਰਾਂ ਦੇ ਵਿਚਾਰ ਹੀ ਮਨ ਵਿੱਚ ਪੈਦਾ ਕਰਦਾ ਰਹਿੰਦਾ ਹੈ, ਤੇ ਐਸੇ ਵਿਚਾਰ ਕਦੇ ਵੀ ਸਾਡੀ ਜ਼ਿੰਦਗੀ ਅੰਦਰ ਸ਼ਾਂਤੀ ਪੈਦਾ ਨਹੀਂ ਕਰਨਗੇ। ਇਹ ਵਿਚਾਰ ਹਾਲੇ ਹੌਲੇ ਹੌਲੇ ਸਾਡੇ ਸੰਸਕਾਰ ਬਣ ਜਾਣਗੇ, ਸਾਡੀਆਂ ਆਦਤਾਂ ਬਣ ਜਾਣਗੀਆਂ, ਸਾਡਾ ਸੁਭਾਅ ਬਣ ਜਾਏਗਾ। ਤੇ ਜੇ ਵਿਕਾਰਾਂ ਵਾਲੀਆਂ ਆਦਤਾਂ ਬਣ ਗਈਆਂ, ਵਿਕਾਰਾਂ ਵਾਲਾ ਸੁਭਾਅ ਬਣ ਗਿਆ, ਤੇ ਵੈਸਾ ਹੀ ਬੰਦਾ ਜੀਵਨ ਜੀਵੇਗਾ, ਤੇ ਜੈਸੇ ਕਰਮ ਕਰੇਗਾ ਵੈਸਾ ਹੀ ਫਲ ਮਿਲੇਗਾ। ਤੇ ਜਿਸ ਮਨੁੱਖ ਦੇ ਮਨ ਅੰਦਰ ਵਿਚਾਰ ਚੰਗੇ ਆ ਰਹੇ ਨੇ, ਸੱਚ ਦੇ, ਧਰਮ ਦੇ, ਪਿਆਰ ਮੁਹੱਬਤ ਦੇ, ਇਨਸਾਨੀਅਤ ਦੇ, ਜਿਵੇਂ ਜਿਵੇਂ ਵਿਚਾਰ ਪੈਦਾ ਹੋਣਗੇ, ਬੰਦੇ ਦੇ ਸੰਸਕਾਰ ਬਣਦੇ ਜਾਣਗੇ, ਬੰਦੇ ਦਾ ਸੁਭਾਅ ਬਣ ਜਾਏਗਾ, ਬੰਦੇ ਦੀਆਂ ਆਦਤਾਂ ਬਣ ਜਾਣਗੀਆਂ। ਤੇ ਜੇ ਸੁਭਾਅ ਔਰ ਆਦਤਾਂ ਚੰਗੀਆਂ ਨੇ, ਸੱਚ ਬੋਲਣ ਵਾਲੀ ਆਦਤ ਹੈ, ਇਨਸਾਨੀਅਤ ਵਾਲੀ ਆਦਤ ਹੈ, ਤਾਂ ਇਹ ਸੁਭਾਅ ਦੇ ਨਾਲ ਜਦੋਂ ਬੰਦਾ ਕਰਮ ਕਰੇਗਾ ਤਾਂ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ ਹੇ ਮਨ, ਤੂੰ ਹੀ ਵਿਅਰਥ ਹੈ ਜੇਕਰ ਤੂੰ ਪਰਾਏ ਧਨ ਆਦਿਕ ਦਾ ਲੋਭ ਕਰ ਰਿਹਾ ਹੈ। ਤਾਂ ਪਰਾਏ ਧਨ ਆਦਿਕ ਦਾ ਜਿਹੜਾ ਲੋਭ ਹੈ ਉਹ ਆਪਣਾ ਠੀਕ ਨਹੀਂ ਹੈ, ਕਦੇ ਵੀ ਠੀਕ ਨਹੀਂ ਹੈ। ਅਗਲਾ ਬਚਨ ਕਰਦੇ ਨੇ, ਮਿਥਿਆ ਤਨ ਨਹੀਂ ਪਰ ਉਪਕਾਰਾ। ਉਹ ਸਰੀਰ ਵਿਅਰਥ ਨੇ ਜੋ ਦੂਜਿਆਂ ਦੀ ਭਲਾਈ ਨਹੀਂ ਕਰਦੇ, ਕਿਉਂਕਿ ਇੱਥੇ ਤਨ ਬਹੁਵਚਨੀ ਹੈ। ਜੇ ਤਨ ਦੇ ਨੰਨੇ ਥੱਲੇ ਔਂਕੜ ਹੁੰਦਾ ਤਾਂ ਫਿਰ ਇੱਕ ਤਨ ਦੀ ਗੱਲ ਹੋਣੀ ਸੀ। ਜੇ ਤਨ ਦੇ ਨੰਨੇ ਨਾਲ ਸਿਹਾਰੀ ਹੁੰਦੀ ਤੇ ਇਹਦਾ ਅਰਥ ਤਨ ਰਾਹੀਂ ਹੋ ਜਾਣਾ ਸੀ। ਹੁਣ ਨੰਨਾ ਮੁਕਤਾ ਹੈ ਦਾ ਮਤਲਬ ਹੈ ਬਹੁਵਚਨੀ। ਮਿਥਿਆ ਤਨ ਨਹੀਂ ਪਰ ਉਪਕਾਰਾ। ਉਹ ਸਰੀਰ ਵਿਅਰਥ ਨੇ ਜੋ ਦੂਜਿਆਂ ਦੀ ਭਲਾਈ ਨਹੀਂ ਕਰਦੇ, ਜੋ ਕਿਸੇ ਦਾ ਸਹਿਯੋਗ ਨਹੀਂ ਕਰਦੇ। ਦੇਖੋ, ਇਸ ਦੁਨੀਆ ਦੇ ਅੰਦਰ ਬਹੁਤ ਸਾਰੇ ਦੁਖੀ ਲੋਕ ਨੇ, ਅਪਾਹਜ ਨੇ, ਕੁਝ ਲੋਕ ਨੇ ਜੋ ਮਾਨਸਿਕ ਤੌਰ ਤੇ ਪਿੱਛੇ ਰਹਿ ਗਏ, ਬੌਧਿਕ ਤੌਰ ਤੇ ਪਿੱਛੇ ਰਹਿ ਗਏ, ਸਰੀਰਕ ਤੌਰ ਤੇ, ਆਰਥਿਕ ਤੌਰ ਤੇ ਪਛੜ ਗਏ ਜ਼ਿੰਦਗੀ ਦੇ ਅੰਦਰ। ਤੇ ਜੇ ਉਹਨਾਂ ਦਾ ਥੋੜਾ ਜਿਹਾ ਸਹਿਯੋਗ ਕੀਤਾ ਜਾਏ ਤਾਂ ਉਹ ਮਨੁੱਖ ਵੀ ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਬਲਵਾਨ ਹੋ ਸਕਦੇ ਨੇ, ਉਹ ਵੀ ਚੰਗੀ ਜ਼ਿੰਦਗੀ ਜੀ ਸਕਦੇ ਨੇ। ਤੇ ਜੇ ਅਸੀਂ ਇੱਕ ਦੂਜੇ ਦਾ ਸਹਿਯੋਗ ਕਰਨਾ ਸਿੱਖ ਜਾਈਏ ਤਾਂ ਬਹੁਤ ਚੰਗਾ ਹੋ ਸਕਦਾ ਹੈ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੈ, ਮੰਨ ਲਓ ਤੁਹਾਡੇ ਕੋਲ ਟਾਈਮ ਹੈ ਸੈਟਰਡੇ ਸੰਡੇ, ਤਾਂ ਤੁਸੀਂ ਇੰਗਲਿਸ਼ ਚੰਗੀ ਬੋਲ ਲੈਂਦੇ ਹੋ, ਤਾਂ ਕਿਸੇ ਮੇਰੇ ਵਰਗੇ ਨੂੰ ਯੈਸ ਨੋ ਕਰਨਾ ਸਿਖਾ ਦਿਓ, ਥੋੜੀ ਬਹੁਤੀ ਇੰਗਲਿਸ਼ ਬੋਲਣੀ ਸਿਖਾ ਦਿਓ, ਸਹਿਯੋਗ ਹੋਏਗਾ। ਜੇ ਤੁਸੀਂ ਪੰਜਾਬੀ ਚੰਗੀ ਬੋਲਦੇ ਹੋ, ਪੰਜਾਬੀ ਪੜ੍ਹ ਲਿਖ ਸਕਦੇ ਹੋ,
ਤਾਂ ਜਿਹੜੇ ਇੱਥੇ ਨੌਜਵਾਨ ਬੱਚੇ ਨੇ ਜਾਂ ਜੋ ਪੰਜਾਬੀ ਨਹੀਂ ਜਾਣਦੇ, ਤਾਂ ਉਹਨਾਂ ਦਾ ਸਹਿਯੋਗ ਕਰ ਦਿਓ ਤੁਸੀਂ, ਜਿੰਨਾ ਟਾਈਮ ਹੈ ਕੱਢ ਕੇ ਕਿਸੇ ਨੂੰ ਪੰਜਾਬੀ ਸਿਖਾ ਦਿਓ। ਜਿਹੜੀਆਂ ਮੇਰੀਆਂ ਭੈਣਾਂ ਲੰਗਰ ਪ੍ਰਸ਼ਾਦਾ ਬਣਾ ਲੈਂਦੀਆਂ ਨੇ, ਤਾਂ ਜਿਹੜੀਆਂ ਬੱਚੀਆਂ ਨਹੀਂ ਜਾਣਦੀਆਂ ਉਹਨਾਂ ਨੂੰ ਤੁਸੀਂ ਲੰਗਰ ਪ੍ਰਸ਼ਾਦਾ ਬਣਾਉਣਾ ਸਿਖਾ ਦਿਓ। ਮੈਂ ਛੋਟੀਆਂ ਛੋਟੀਆਂ ਗੱਲਾਂ ਕਰ ਰਿਹਾ ਆਪਦੇ ਨਾਲ। ਤਾਂ ਜਦੋਂ ਜਿਹੜਾ ਕੰਮ ਕਿਸੇ ਨੂੰ ਆਉਂਦਾ ਹੈ, ਜੇ ਉਹ ਦੂਜੇ ਨੂੰ ਦੱਸੀ ਜਾਏ, ਤਾਂ ਦੁਨੀਆ ਦਾ ਵਿਕਾਸ ਹੋ ਸਕਦਾ ਨਾ। ਹੁਣ ਜਿਸ ਤਰ੍ਹਾਂ ਮੈਂ ਹਾਂ, ਤਾਂ ਮੈਂ ਫੈਮਿਲੀ ਰਿਲੇਸ਼ਨਸ਼ਿਪ ਬਾਰੇ ਕਾਫੀ ਸਟੱਡੀ ਕੀਤੀ ਹੈ ਕਿ ਪਰਿਵਾਰ ਜਿਹੜੇ ਨੇ ਉਹ ਕਿਵੇਂ ਟੁੱਟ ਜਾਂਦੇ ਨੇ, ਤੇ ਅਸੀਂ ਪਰਿਵਾਰਕ ਤੌਰ ਤੇ ਸ਼ਾਂਤ ਕਿਵੇਂ ਰਹਿ ਸਕਦੇ ਹਾਂ, ਕਿਵੇਂ ਅਸੀਂ ਜ਼ਿੰਦਗੀ ਜੀਵੀਏ ਕਿ ਸਾਡਾ ਘਰ ਪਰਿਵਾਰ ਸਵਰਗ ਬਣ ਕੇ ਰਹਿ ਸਕੇ। ਤਾਂ ਮੈਂ ਇਹ ਸੁਜੈਸ਼ਨ ਦੇ ਸਕਦਾ ਕਿਸੇ ਨੂੰ, ਸੇਵਾ ਹੀ ਹੈ ਨਾ, ਸਹਿਯੋਗ ਹੈ, ਲੇਕਿਨ ਪਰਿਵਾਰਕ ਤੌਰ ਤੇ ਸੁਖੀ ਔਰ ਸ਼ਾਂਤ ਰਹੇਗਾ ਉਹ ਜੋ ਫੋਲੋ ਕਰੇਗਾ। ਹੁਣ ਕੱਲ ਨੂੰ ਜੇ ਮੇਰੇ ਪਰਿਵਾਰ ਦੇ ਮੈਂਬਰ ਵੀ ਇਹਨਾਂ ਨਿਯਮਾਂ ਨੂੰ ਫੋਲੋ ਨਹੀਂ ਕਰਦੇ, ਤਾਂ ਪਰਿਵਾਰ ਮੇਰਾ ਵੀ ਟੁੱਟੇਗਾ। ਗੱਲ ਤਾਂ ਇਹ ਹੈ, ਕੋਈ ਵੀ ਫੋਲੋ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ ਉਹ ਤਨ ਵਿਅਰਥ ਨੇ ਜਿਹੜੇ ਪਰ ਉਪਕਾਰ ਨਹੀਂ ਕਰਦੇ। ਪਰਉਪਕਾਰ ਦਾ ਮਤਲਬ ਕੇਵਲ ਪੈਸਾ ਹੀ ਨਹੀਂ ਹੁੰਦਾ, ਕਿਸੇ ਨੂੰ ਪੈਸਾ ਹੀ ਦਾਨ ਦੇਣਾ ਹੈ। ਪਰਉਪਕਾਰ ਕਿਸੇ ਵੀ ਢੰਗ ਦੇ ਨਾਲ ਕੀਤਾ ਜਾ ਸਕਦਾ ਹੈ। ਸਹਿਯੋਗ ਕਰਨਾ, ਕਿਸੇ ਅਪੂਰਨ ਨੂੰ ਪੂਰਨਤਾ ਵਾਲੇ ਪਾਸੇ ਲੈ ਕੇ ਜਾਣਾ, ਤਾਂ ਉਹ ਤਨ ਵਿਅਰਥ ਨੇ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈ, ਜੋ ਕਿਸੇ ਦੇ ਕੰਮ ਹੀ ਨਹੀਂ ਹੁੰਦੇ। ਉਹ ਤਾਂ ਸਿਮਲ ਰੁੱਖ ਦੀ ਤਰ੍ਹਾਂ ਨੇ। ਤਾਂ ਸਾਡਾ ਇਹ ਤਨ, ਸਾਡਾ ਇਹ ਸਰੀਰ ਜਦੋਂ ਤੱਕ ਹੈ, ਅਸੀਂ ਕੰਮ ਆ ਸਕਦੇ ਹਾਂ ਕਿਸੇ ਦੇ, ਅਸੀਂ ਕਿਸੇ ਵੱਲ ਮੁਸਕਰਾ ਸਕਦੇ ਹਾਂ, ਕਿਸੇ ਨੂੰ ਪੋਜ਼ਿਟਿਵ ਬੋਲ ਕੇ ਸੁੱਖ ਦੇ ਸਕਦੇ ਹਾਂ, ਛੋਟਾ ਮੋਟਾ ਅਸੀਂ ਸਹਿਯੋਗ ਕਰ ਸਕਦੇ ਹਾਂ, ਜਿੰਨਾ ਵੀ ਕੋਈ ਕਰ ਸਕਦਾ। ਮਿਥਿਆ ਬਾਸ ਲੇਤ ਵਿਕਾਰਾ। ਬਾਸ ਦਾ ਮਤਲਬ ਹੈ ਵਾਸ਼ਨਾ, ਸੁਗੰਧੀ। ਉਹ ਨੱਕ ਵਿਕਾਰ ਹੈ ਜਿਹੜਾ ਵਿਕਾਰਾਂ ਦੀ ਵਾਸ਼ਨਾ ਲੈਂਦਾ ਫਿਰਦਾ। ਵਾਸ਼ਨਾ ਲੈਣਾ, ਸੁੰਘਦਾ ਫਿਰਨਾ, ਯਾਨੀ ਉਹ ਇਨਸਾਨ ਜਿਹੜਾ ਕਨਸੋਆਂ ਲੈਂਦਾ ਫਿਰਦਾ ਵਿਕਾਰਾਂ ਦੀਆਂ, ਪਾਪ ਕਮਾਨ ਦੀਆਂ, ਨਫ਼ਰਤ ਦੀਆਂ। ਤਾਂ ਗੁਰੂ ਜੀ ਕਹਿੰਦੇ ਨੇ ਉਹ ਨੱਕ ਜਿਹੜਾ ਹੈ ਵਿਅਰਥ, ਜਿਹੜਾ ਕੇਵਲ ਵਿਕਾਰਾਂ ਦੀਆਂ ਵਾਸ਼ਨਾਵਾਂ ਹੀ ਲੈਂਦਾ ਫਿਰਦਾ ਹੈ। ਐਸਾ ਇਨਸਾਨ ਆਤਮਕ ਮੌਤ ਸਹਿੜ ਲੈਂਦਾ ਹੈ। ਐਸਾ ਇਨਸਾਨ ਕਦੇ ਵੀ ਸੁਖੀ ਔਰ ਸ਼ਾਂਤ ਨਹੀਂ ਰਹਿ ਸਕਦਾ। ਗੁਰੂ ਜੀ ਕਹਿੰਦੇ ਨੇ ਬਿਨ ਬੂਝੇ ਮਿਥਿਆ ਸਭ ਪੈ। ਬੂਝੇ ਦਾ ਮਤਲਬ ਆਪਣੀ ਹੋਂਦ ਦਾ ਮਨੋਰਥ ਸਮਝਣਾ। ਬੂਝੇ ਦਾ ਮਤਲਬ ਸਮਝਣਾ। ਹੁਣ ਸਮਝਣਾ ਕੀ ਹੈ? ਸਮਝਣਾ ਇਹ ਹੈ ਕਿ ਮੇਰਾ ਮਨੋਰਥ ਕੀ ਹੈ, ਇਸ ਦੁਨੀਆ ਵਿੱਚ ਮੇਰੀ ਜ਼ਿੰਦਗੀ ਦਾ ਗੋਲ ਕੀ ਹੈ, ਮੈਂ ਕਾਹਦੇ ਵਾਸਤੇ ਜੀ ਰਿਹਾ ਹਾਂ, ਮੈਂ ਕੀ ਚਾਹੁੰਦਾ ਹਾਂ, ਮਾਨਸਿਕ ਤੌਰ ਤੇ ਮੈਂ ਕੈਸਾ ਹੋਣਾ ਚਾਹੁੰਦਾ, ਮੇਰਾ ਕੀ ਮਨੋਰਥ ਹੈ ਕਿ ਮੇਰੀ ਮੈਂਟੈਲਿਟੀ ਕੈਸੀ ਹੋਵੇ। ਆਮ ਬੰਦੇ ਨੇ ਨਾ ਬੁੱਝਿਆ, ਇਸ ਚੀਜ਼ ਨੂੰ ਸਮਝਿਆ ਨਹੀਂ, ਜਾਣਿਆ ਨਹੀਂ। ਔਰ ਬੌਧਿਕ ਤੌਰ ਤੇ ਮੈਂ ਕੈਸਾ ਹੋਣਾ ਚਾਹੁੰਦਾ, ਮੇਰਾ ਬੌਧਿਕ ਵਿਕਾਸ ਕੈਸਾ ਹੋਏ, IQ, ਮੈਂ ਦਿਮਾਗ ਦੀ ਵਰਤੋਂ ਕਿਵੇਂ ਕਰਨੀ ਹੈ, ਗਿਆਨ ਵਿੱਚ ਵਾਧਾ ਕਿਵੇਂ ਕਰਨਾ ਹੈ, ਗਿਆਨ ਮੈਂ ਕੈਸਾ ਪਾਣਾ ਚਾਹੁੰਦਾ, ਬੰਦੇ ਦਾ ਗੋਲ ਨਹੀਂ ਹੈ। ਸਰੀਰਕ ਤੌਰ ਤੇ ਮੈਂ ਕੈਸਾ ਰਹਿਣਾ ਚਾਹੁੰਦਾ, ਮੇਰਾ weight, ਮੇਰੀ ਸਿਹਤ, ਖਾਨ ਪਾਨ, ਪਹਿਰਾਨ ਬੰਦੇ ਦਾ ਗੋਲ ਨਹੀਂ ਹੈ। ਆਤਮਿਕ ਤੌਰ ਤੇ ਮੈਂ ਕੈਸੀ ਜ਼ਿੰਦਗੀ ਜੀਣੀ ਹੈ, ਫਾਈਨੈਂਸ਼ਲੀ ਮੈਂ ਆਪਣੇ ਆਪ ਨੂੰ ਕਿਵੇਂ ਰੱਖਣਾ ਹੈ, ਧਾਰਮਿਕ ਤੌਰ ਤੇ ਮੇਰੀ ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ, ਰਾਜਨੀਤਿਕ ਤੌਰ ਤੇ, ਸਮਾਜਿਕ ਜੋ ਮੇਰਾ ਮਿਲਵਰਤਨ ਹੈ, ਇਹਨਾਂ ਚੀਜ਼ਾਂ ਨੂੰ ਬੁੱਝਣਾ ਸੀ ਨਾ, ਜਾਣਨਾ ਸੀ, ਗੋਲ ਬਣਾਉਣਾ ਸੀ। ਪਰ ਗੋਲ ਹੀ ਨਹੀਂ ਹੈ। ਕੰਨਾਂ ਦੇ ਨਾਲ ਮੈਂ ਕੀ ਸੁਣਨਾ ਹੈ, ਜ਼ਬਾਨ ਦੇ ਨਾਲ ਮੈਂ ਕੀ ਬੋਲਣਾ ਹੈ, ਹੱਥਾਂ ਨਾਲ ਮੈਂ ਕੀ ਕਰਨਾ ਹੈ, ਪੈਰਾਂ ਨਾਲ ਮੈਂ ਕਿੱਧਰ ਚੱਲਣਾ ਹੈ, ਅੱਖਾਂ ਨਾਲ ਮੈਂ ਕੀ ਵੇਖਣਾ ਹੈ, ਮਨ ਕਰਕੇ ਮੈਂ ਕੀ ਸੋਚਣਾ ਹੈ, ਦਿਮਾਗ ਨਾਲ ਕੈਸੇ ਫੈਸਲੇ ਲੈਣੇ ਨੇ, ਗੋਲ ਤੇ ਹੈ ਹੀ ਨਹੀਂ। ਆਪਣੀ ਹੋਂਦ ਦਾ ਮਨੋਰਥ, ਕਿ ਮੇਰਾ ਮਨੋਰਥ ਕੀ ਹੈ, ਜ਼ਿੰਦਗੀ ਵਿੱਚ ਮੈਂ ਕੀ ਕਰਨਾ ਚਾਹੁੰਦਾ, ਇਸ ਸਮਾਜ ਨੂੰ ਮੈਂ ਕੀ ਦੇਣ ਦੇਣਾ ਚਾਹੁੰਦਾ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਕੀ ਦੇਣ ਦੇਣਾ ਚਾਹੁੰਦਾ, ਮੇਰੇ ਜੀਵਨ ਦਾ ਮੇਰੇ ਵਾਸਤੇ ਕੀ ਲਾਭ ਹੈ ਔਰ ਸਮਾਜ ਵਾਸਤੇ ਕੀ ਲਾਭ ਹੈ। ਜੇਕਰ ਬੰਦੇ ਨੇ ਇਹ ਨਹੀਂ ਸਮਝਿਆ, ਆਪਣਾ ਗੋਲ ਨਹੀਂ ਬਣਾਇਆ, ਤਾਂ ਗੁਰੂ ਜੀ ਕਹਿੰਦੇ ਨੇ ਇਹ ਆਪਣੀ ਹੋਂਦ ਦਾ ਮਨੋਰਥ ਸਮਝਣ ਤੋਂ ਬਿਨਾਂ ਸਾਰੇ ਅੰਗ ਹੀ ਵਿਅਰਥ ਨੇ। ਸਾਰੇ ਇਨਸਾਨਾਂ ਦੀ ਜ਼ਿੰਦਗੀ ਹੀ ਬੇਕਾਰ ਹੈ, ਵਿਅਰਥ। ਬਹਾਦਰ ਜੀ ਦਾ ਪਾਵਨ ਬਚਨ ਹੈ ਨਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਿ ਤੂੰ ਗੋਬਿੰਦ ਦੇ ਗੁਣ ਨਹੀਂ ਗਾਏ,
ਤਾਂ ਆਪਣੇ ਜੀਵਨ ਨੂੰ ਤੂੰ ਦੁਖਦਾਈ ਬਣਾ ਲਿਆ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਆਪਣਾ ਮਨੋਰਥ ਨਹੀਂ ਸਮਝਿਆ ਤਾਂ ਸਰੀਰ ਦੇ ਸਾਰੇ ਅੰਗ, ਸਰੀਰ ਔਰ ਮਨੁੱਖਾਂ ਦਾ ਜੀਵਨ ਬੇਕਾਰ ਹੈ। ਸਫਲ ਦੇਹ ਨਾਨਕ ਹਰ ਹਰ ਨਾਮ ਲੈ। ਦੇਹ ਦਾ ਮਤਲਬ ਸਰੀਰ। ਉਹ ਸਰੀਰ ਸਫਲਾ ਹੈ ਜੋ ਪ੍ਰਭੂ ਦਾ ਨਾਮ ਲੈਂਦਾ ਹੈ। ਲੈਂਦਾ ਦਾ ਮਤਲਬ ਸਮਝਦਾ ਹੈ, ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ। ਨਾਮ ਦਾ ਮਤਲਬ ਰੱਬ ਦਾ ਹੁਕਮ, ਰੱਬ ਦੇ ਗੁਣ। ਉਹ ਸਰੀਰ ਸਫਲਾ ਹੈ ਜੋ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ। ਉਹ ਸਰੀਰ ਸਫਲਾ ਹੈ ਜੋ ਰੱਬੀ ਗੁਣਾਂ ਦਾ ਧਾਰਨੀ ਹੈ। ਸਤ ਸੰਤੋਖ ਦਇਆ ਧਰਮ ਕਰਕੇ ਜੋ ਗੁਣਾਂ ਦਾ ਧਾਰਨੀ ਹੈ। ਉਹ ਸਰੀਰ ਸਫਲਾ ਹੈ ਜੋ ਆਪਣੇ ਅੰਗਾਂ ਦੀ ਵਰਤੋਂ ਸਹੀ ਕਰਦਾ ਹੈ, ਜੋ ਜ਼ਬਾਨ ਦੇ ਨਾਲ ਸੱਚੇ ਔਰ ਪਿਆਰੇ ਬੋਲ ਬੋਲਦਾ ਹੈ। ਅੱਖਾਂ ਨਾਲ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਔਰ ਹਰ ਇਨਸਾਨ ਨੂੰ ਰੱਬ ਦਾ ਰੂਪ ਸਮਝਦਾ ਹੈ। ਕੰਨਾਂ ਨਾਲ ਜੋ ਸੱਚ ਸੁਣਦਾ ਹੈ ਔਰ ਪੈਰਾਂ ਦੇ ਨਾਲ ਜੋ ਗੁਰਮਤਿ ਦੇ ਮਾਰਗ ਤੇ ਚੱਲਦਾ ਹੈ। ਹੱਥਾਂ ਦੇ ਨਾਲ ਜੋ ਦਸਾਂ ਨਵਾਂ ਦੀ ਇਮਾਨਦਾਰੀ ਨਾਲ ਕਿਰਤ ਕਮਾਈ ਕਰਕੇ ਕਿਸੇ ਦੀ ਹੈਲਪ ਕਰਦਾ ਹੈ ਔਰ ਮਨ ਕਰਕੇ ਜੋ ਚੰਗਾ ਸੋਚਦਾ ਹੈ, ਉਹ ਸਰੀਰ ਸਫਲਾ ਹੈ। ਹੁਣ ਦੇਖੋ, ਸਾਡੇ ਕੋਲ ਦੋਵੇਂ ਰਾਸਤੇ ਨੇ, ਇੱਕ ਦੁੱਖਾਂ ਦਾ, ਇੱਕ ਸੁੱਖਾਂ ਦਾ। ਇੱਕ ਜੀਵਨ ਨੂੰ ਸਫਲ ਕਰਨ ਦਾ ਔਰ ਇੱਕ ਜੀਵਨ ਨੂੰ ਅਸਫਲ ਕਰਨ ਦਾ। ਚੋਣ ਬੰਦੇ ਦੀ ਆਪਣੀ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪਿਆਰਿਓ, ਸਫਲ ਸਰੀਰ ਉਹ ਹੈ, ਸਫਲ ਜੀਵਨ ਉਹ ਹੈ ਜੋ ਰੱਬੀ ਰਜ਼ਾ ਪਾਣੇ ਮੁਤਾਬਕ ਜ਼ਿੰਦਗੀ ਜੀਂਦਾ ਹੈ। ਬਿਰਥੀ ਸਾਕਤ ਕੀ ਆਰਜਾ। ਬਿਰਥੀ ਦਾ ਮਤਲਬ ਵਿਅਰਥ। ਸਾਕਤ ਦਾ ਮਤਲਬ ਜੋ ਸੱਚ ਦੇ ਨਾਲੋਂ ਟੁੱਟਾ ਹੋਇਆ ਹੈ, ਰੱਬ ਨਾਲੋਂ ਟੁੱਟਾ ਹੋਇਆ ਹੈ, ਜੋ ਰੱਬ ਦੀ ਰਜ਼ਾ ਵਿੱਚ ਨਹੀਂ ਤੁਰਦਾ, ਜੋ ਰੱਬੀ ਗੁਣਾਂ ਦਾ ਧਾਰਨੀ ਨਹੀਂ। ਆਰਜਾ ਦਾ ਮਤਲਬ ਉਮਰ। ਰੱਬ ਦੇ ਨਾਲੋਂ ਟੁੱਟੇ ਹੋਏ ਮਨੁੱਖ ਦੀ ਸਾਰੀ ਉਮਰ ਹੀ ਵਿਅਰਥ ਹੈ, ਕਿਉਂਕਿ ਸਾਰੀ ਜ਼ਿੰਦਗੀ ਵਿੱਚ ਉਹਨੇ ਕੋਈ ਚੱਜ ਦਾ ਕੰਮ ਕਰਨਾ ਹੀ ਨਹੀਂ। ਜਿਸ ਬੰਦੇ ਨੇ ਸੱਚ ਨਹੀਂ ਬੋਲਿਆ, ਜਿਹੜਾ ਪਿਆਰ ਦੇ ਨਾਲ ਨਹੀਂ ਰਿਹਾ, ਇਨਸਾਨੀਅਤ ਵਾਲੀ ਜ਼ਿੰਦਗੀ ਨਹੀਂ ਜੀਵੀ, ਨਿਰਭੈਤਾ ਨਿਰਵੈਰਤਾ ਵਾਲਾ ਜੀਵਨ ਨਹੀਂ ਜੀਵਿਆ, ਆਪਣੇ ਫਰਜ਼ਾਂ ਨੂੰ ਪੂਰਾ ਨਹੀਂ ਕੀਤਾ, ਪਰਿਵਾਰ ਦੇ ਵਿੱਚ ਠੀਕ ਢੰਗ ਨਾਲ ਨਹੀਂ ਵਿਚਰਿਆ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਵੀ, ਧਰਮ ਦੀ ਦੁਨੀਆ ਵਿੱਚ ਠੀਕ ਨਹੀਂ ਵਿਚਰਿਆ, ਸਮਾਜਿਕ ਨਿਯਮਾਂ ਦਾ ਨੂੰ ਫੋਲੋ ਨਹੀਂ ਕੀਤਾ, ਤਾਂ ਐਸੇ ਮਨੁੱਖ ਦੀ ਤਾਂ ਸਾਰੀ ਉਮਰ ਹੀ ਬੇਕਾਰ ਹੈ। ਹਰ ਪਲ ਉਹਦਾ ਵਿਅਰਥ ਹੈ, ਹਰ ਪਲ ਦੁਖਦਾਈ ਹੈ। ਉਹ ਆਪ ਵੀ ਦੁਖੀ ਹੈ ਔਰ ਸਮਾਜ ਨੂੰ ਵੀ ਦੁਖੀ ਕਰ ਰਿਹਾ ਹੈ। ਬਿਰਥੀ ਸਾਕਤ ਕੀ ਆਰਜਾ। ਕਿਉਂ? ਸਾਚ ਬਿਨਾ ਕਹਿ ਹੋਵਤ ਸੂਚਾ। ਕਹਿ ਦਾ ਮਤਲਬ ਕਿਵੇਂ, ਕਿਉਂਕਿ ਸੱਚ ਤੋਂ ਬਿਨਾ ਉਹ ਸੁੱਚਾ ਕਿਵੇਂ ਹੋ ਸਕਦਾ ਹੈ। ਜੇ ਅੰਦਰ ਸੱਚ ਨਹੀਂ ਹੈ ਤਾਂ ਬੰਦਾ ਸੁੱਚਾ ਹੋ ਨਹੀਂ ਸਕਦਾ। ਕਿਵੇਂ ਲੋਕਾਂ ਨੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਹੋਈ ਹੈ, ਸਮਾਂ ਬੇਕਾਰ ਗਵਾ ਰਹੇ ਨੇ, ਤੀਰਥਾਂ ਤੇ, ਵਰਤਾਂ ਨਰਾਤਿਆਂ ਸਰਾਧਾਂ ਵਿੱਚ, ਬਾਬਿਆਂ ਦੇ ਡੇਰਿਆਂ ਤੇ, ਮੜੀਆਂ ਮਸਾਣਾ ਕਬਰਾਂ ਵਿੱਚ, ਜੋਤਸ਼ੀਆਂ ਦੇ ਕੋਲ, ਵਿਖਾਵੇ ਦੇ ਪਾਠ ਪੂਜਾ ਕਰਨ ਵਿੱਚ, ਵਿਖਾਵੇ ਦੀਆਂ ਸਮਾਧੀਆਂ ਲਾਉਣ ਦੇ ਅੰਦਰ, ਸੰਸਾਰ ਨੂੰ ਛੱਡ ਜੰਗਲਾਂ ਵਿੱਚ ਵਿਚਰਨ ਦੇ ਅੰਦਰ, ਹੋਰ ਕਿੰਨੇ ਸਾਰੇ ਮਰੇ ਹੋਏ ਸੱਪ ਆਪਣੇ ਗਲ ਦੇ ਵਿੱਚ ਪਾ ਕੇ ਤੁਰੇ ਫਿਰਦੇ ਨੇ। ਪਰ ਕੀ ਸੱਚ ਦੇ ਧਾਰਨੀ ਹੋਣ ਤੋਂ ਬਿਨਾਂ ਕੋਈ ਬੰਦਾ ਸੁੱਚਾ ਹੋ ਸਕਦਾ ਹੈ? ਕਹੋ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਸੁੱਚੇ ਉਹ ਨੇ ਜਿਨ੍ਹਾਂ ਦੇ ਅੰਦਰ ਵਿਚਾਰ ਸੱਚੀ ਹੈ, ਜਿਨ੍ਹਾਂ ਦੀ ਸੋਚ ਸੱਚੀ ਹੈ, ਜੋ ਮਨ ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਨੇ। ਹੁਣ ਦੇਖੋ, ਬਰਾਤ ਹੈ ਨਾ, ਵਿਆਹ ਹੋਏ ਕਿਸੇ ਬੱਚੇ ਦਾ, ਤੇ ਪਰਿਵਾਰ ਦੇ ਮੈਂਬਰ ਬਰਾਤ ਲੈ ਕੇ ਚਲੇ ਜਾਣ ਲੜਕੀ ਵਾਲਿਆਂ ਦੇ ਪਿੰਡ, ਤੇ ਉੱਥੇ ਜਾ ਕੇ ਬੈਂਡ ਵਾਜੇ ਵਜਾਣ ਤੇ ਢੋਲ ਵਜਾ ਕੇ ਤੇ ਨੱਚਣ, ਬੈਂਡ ਵਾਜੇ ਵਜਾਣ, ਨੱਚਦੇ ਹੋਣ, ਤੇ ਘਰ ਦੇ ਜਾਂ ਪਿੰਡ ਵਾਲੇ ਆਣ ਕੇ ਪੁੱਛਣ ਵੀ ਲਾੜਾ ਕਿੱਥੇ ਹੈ, ਤੇ ਉਹ ਕਹਿਣ ਵੀ ਲਾੜਾ ਤੇ ਆਇਆ ਨਹੀਂ, ਉਹ ਕਹਿੰਦਾ ਮੈਂ ਇੱਥੇ ਵਿਆਹ ਨਹੀਂ ਕਰਾਉਣਾ, ਲਾੜਾ ਤੇ ਆਇਆ ਨਹੀਂ। ਤੇ ਬਰਾਤੀਆਂ ਦਾ ਹਾਲ ਕੀ ਹੋਏਗਾ ਭਲਾ? ਲਾੜੇ ਤੋਂ ਬਿਨਾ ਬਰਾਤ ਦੀ ਵੈਲਿਊ ਕੀ ਹੈ? ਇਸੇ ਤਰ੍ਹਾਂ ਜਿਵੇਂ ਸਾਰੇ ਵਿਆਹ ਦੇ ਅੰਦਰ ਬੱਚਾ ਔਰ ਬੱਚੀ ਮੇਨ ਨੇ, ਜੇ ਉਹ ਦੋਵੇਂ ਨਹੀਂ, ਬੇਟੀ ਨਹੀਂ ਜਾਂ ਬੇਟਾ ਨਹੀਂ, ਤੇ ਦੋਵੇਂ ਜੇ ਹੈ ਹੀ ਨਹੀਂ, ਜੇ ਬਰਾਤ ਲੈ ਕੇ ਆ ਜਾਣ, ਲਾੜਾ ਵੀ ਹੈ ਤੇ ਅੱਗੇ ਲਾੜੀ ਨਾ ਹੋਵੇ, ਤਾਂ ਇਹਦਾ ਮਤਲਬ ਵਿਆਹ ਦੇ ਅੰਦਰ ਬੱਚੀ ਔਰ ਬੱਚਾ ਮੇਨ ਨੇ ਨਾ, ਬਾਕੀ ਸਾਰੇ ਅਡੰਬਰ ਵਿਅਰਥ ਨੇ, ਉਹਨਾਂ ਦੀ ਕੋਈ ਵੈਲਿਊ ਨਹੀਂ ਹੈ। ਇਸੇ ਤਰ੍ਹਾਂ ਜ਼ਿੰਦਗੀ ਦੇ ਅੰਦਰ ਸੱਚ ਇਹ ਮੇਨ ਹੈ,
ਜੇ ਜੀਵਨ ਦੇ ਅੰਦਰ ਸੱਚ ਨਹੀਂ ਤਾਂ ਬਾਕੀ ਤਾਂ ਐਵੇਂ ਹੈ ਜਿਵੇਂ ਕੋਈ ਬਰਾਤ ਲੈ ਕੇ ਬਿਨਾਂ ਲਾੜੇ ਤੋਂ ਚਲਾ ਜਾਏ। ਤੇ ਲੋਕ ਬਿਨਾਂ ਲਾੜੇ ਤੋਂ ਹੀ ਬਰਾਤ ਲਈ ਫਿਰਦੇ ਨੇ। ਸੱਚ ਹੈ ਨਹੀਂ, ਬਾਣੇ ਪਾਏ ਨੇ, ਪਹਿਨਾਵੇ ਪਹਿਨੇ ਨੇ, ਤੀਰਥਾਂ ਤੇ ਜਾ ਰਹੇ ਨੇ, ਵਰਤ ਰੱਖ ਰਹੇ ਨੇ, ਸਰਾਧ ਕਰ ਰਹੇ ਨੇ, ਵਿਖਾਵੇ ਦੀ ਪਾਠ ਪੂਜਾ, ਵਿਖਾਵੇ ਦੀਆਂ ਸਮਾਧੀਆਂ ਔਰ ਦੇ ਧਾਰਮਿਕ ਰਸਮਾਂ ਨਿਭਾ ਰਹੇ ਨੇ, ਲੇਕਿਨ ਸੱਚੀ ਜ਼ਿੰਦਗੀ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸੱਚ ਤੋਂ ਬਿਨਾਂ ਕੋਈ ਸੁੱਚਾ ਕਿਵੇਂ ਹੋ ਸਕਦਾ ਹੈ। ਸੂਚੇ ਇਹ ਨਾ ਆਖੀਏ ਬਹਿਨ ਦੇ ਪਿੰਡਾਂ ਤੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਅਗਲਾ ਬਚਨ ਕਰਦੇ ਨੇ, ਬਿਰਥਾ ਨਾਮ ਬਿਨਾ ਤਨ ਅੰਧ। ਅੰਧ ਦਾ ਮਤਲਬ ਅੰਨਾ ਅਗਿਆਨੀ, ਅੰਨੇ ਦਾ ਸਰੀਰ। ਤਨ ਅੰਧ, ਇੱਥੇ ਤਨ ਦੇ ਨੰਨੇ ਥੱਲੇ ਔਂਕੜ ਹੈ ਤੇ ਅੰਧ ਦਾ ਤੱਦਾ ਮੁਕਤਾ ਹੈ। ਅੰਨੇ ਦਾ ਤਨ, ਅੰਨੇ ਦਾ ਸਰੀਰ। ਨਾਮ ਤੋਂ ਬਿਨਾ ਅੰਨੇ ਦਾ ਯਾਨੀ ਸਾਕਤ ਦਾ, ਅਗਿਆਨੀ ਪੁਰਸ਼ ਦਾ ਸਰੀਰ ਕਿਸੇ ਕੰਮ ਦਾ ਨਹੀਂ। ਅੰਨੇ ਦਾ ਮਤਲਬ ਜੋ ਸੱਚ ਨਾਲੋਂ ਟੁੱਟਿਆ ਹੋਇਆ ਹੈ। ਹੁਣ ਅਸਲੀ ਅੰਨਾ ਕੌਣ ਹੈ? ਅਸਲੀ ਅੰਨਾ ਉਹ ਨਹੀਂ ਹੈ ਜਿਹਦੀਆਂ ਅੱਖਾਂ ਨਹੀਂ, ਉਹ ਤਾਂ ਬਾਜ਼ਾਰ ਮਜਬੂਰ ਹੈ, ਉਹਦੀਆਂ ਤੇ ਅੱਖਾਂ ਹੈ ਨਹੀਂ। ਪਰ ਬੇਨਤੀ ਕਰਾਂ, ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ ਨਾ, ਉਹਨਾਂ ਨੇ ਬੜੇ ਵੱਡੇ ਵੱਡੇ ਕੰਮ ਕੀਤੇ ਨੇ। ਜੇ ਅਸੀਂ ਧਰਮ ਦੀ ਦੁਨੀਆ ਵਿੱਚ ਵੇਖੀਏ ਤੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਦੇਖੋ ਅੱਖਾਂ ਨਹੀਂ ਹਨ ਪਰ ਉਹਨਾਂ ਨੇ ਸੈਂਕੜੇ ਲੋਕਾਂ ਨੂੰ ਕੀਰਤਨ ਸਿਖਾਇਆ। ਬੜਾ ਪਿਆਰਾ ਕੀਰਤਨ ਕਰਦੇ ਨੇ ਔਰ ਉਹਨਾਂ ਨੇ ਬ੍ਰੇਲ ਲਿਪੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਵਾ ਦਿੱਤੇ ਨੇ, ਜੋ ਅੰਨੇ ਬੰਦੇ ਵੀ ਪੜ੍ਹ ਸਕਣਗੇ। ਹੁਣ ਇੱਕ ਬੰਦਾ ਤਾਂ ਇਹਨੀ ਬਾਣੀ ਯਾਦ ਹੈ ਉਹਨੂੰ, ਇਹਨਾਂ ਵਧੀਆ ਕੀਰਤਨ ਕਰਨਾ, ਕਿੰਨੇ ਸਾਰੇ ਲੋਕਾਂ ਨੂੰ ਕੀਰਤਨ ਸਿਖਾਇਆ ਵੀ, ਬ੍ਰੇਲ ਲਿਪੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਿਖਣ ਦੀ ਸੇਵਾ ਕੀਤੀ। ਉਹ ਤੇ ਅੰਨੇ ਨੇ, ਇੰਨਾ ਵੱਡਾ ਕੰਮ ਕਰ ਗਏ ਤੇ ਸਾਡੀਆਂ ਦੋਵੇਂ ਅੱਖਾਂ ਨੇ ਸਾਨੂੰ 5 ਪੌੜੀਆਂ ਯਾਦ ਨਹੀਂ ਜਪਜੀ ਸਾਹਿਬ ਦੀਆਂ, ਤੇ ਅਸਲੀ ਅੰਨਾ ਕੌਣ ਹੋਇਆ? ਤਾਂ ਗੁਰੂ ਜੀ ਕਹਿੰਦੇ ਨੇ, ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਅਸਲੀ ਅੰਨੇ ਉਹ ਨੇ ਜੋ ਅੱਖਾਂ ਹੁੰਦਿਆਂ ਹੋਇਆਂ ਵੀ ਸੱਚੇ ਰਾਹ ਤੇ ਨਹੀਂ ਤੁਰ ਰਹੇ, ਜੋ ਜ਼ਿੰਦਗੀ ਨੂੰ ਗਿਆਨ ਦੇ ਮਾਰਗ, ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀ ਰਹੇ। ਅੱਖਾਂ ਚੰਗੀਆਂ ਭਲੀਆਂ ਨੇ ਪਰ ਗੁੱਸੇ ਦੇ ਨਾਲ ਭਰੇ ਹੋਏ ਨੇ। ਅੱਖਾਂ ਚੰਗੀਆਂ ਭਲੀਆਂ ਨੇ ਲੇਕਿਨ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਤੱਕ ਰਹੇ ਨੇ। ਅੱਖਾਂ ਚੰਗੀਆਂ ਭਲੀਆਂ ਨੇ ਲੇਕਿਨ ਗੁਰਮਤਿ ਦੇ ਰਾਹਾਂ ਤੇ ਨਹੀਂ ਚੱਲ ਰਹੇ। ਤਾਂ ਅਸਲੀ ਅੰਨੇ ਉਹ ਨੇ ਜੋ ਸੱਚ ਦੇ ਨਾਲੋਂ ਟੁੱਟ ਗਏ ਨੇ। ਨਾਮ ਦਾ ਮਤਲਬ ਹੁਕਮ ਬਿਰਥਾ, ਨਾਮ ਬਿਨਾ ਤਨ ਅੰਧ। ਰੱਬੀ ਹੁਕਮ ਦੇ ਅੰਦਰ ਤੁਰਨ ਤੋਂ ਬਿਨਾ ਰੱਬ ਨਾਲੋਂ ਟੁੱਟੇ ਹੋਏ ਬੰਦੇ ਦਾ ਸਰੀਰ ਬੇਕਾਰ ਹੈ, ਵਿਅਰਥ ਹੈ, ਇਹਦਾ ਕੋਈ ਲਾਭ ਨਹੀਂ ਹੈ। ਮੁਖ ਆਵਤ ਤਾਕੈ ਦੁਰਗੰਧ। ਮੁਖ ਦੇ ਖੱਕੇ ਨਾਲ ਸਿਹਾਰੀ, ਜਿਹਦਾ ਮਤਲਬ ਮੂੰਹ ਵਿੱਚੋਂ, ਉਹਦੇ ਮੂੰਹ ਦੇ ਅੰਦਰੋਂ ਨਿੰਦਿਆ ਦੀ ਬਦਬੂ ਆਉਂਦੀ ਹੈ। ਹੁਣ ਦੇਖੋ, ਮੂੰਹ ਦੇ ਅੰਦਰ ਤੇ ਲੋਕਾਂ ਨੇ ਛੋਟੀਆਂ ਲਾਚੀਆਂ ਖਾਧੀਆਂ ਹੁੰਦੀਆਂ ਨੇ, ਮਾਊਥ ਫਰੈਸ਼ਨਰ ਅੱਜ ਕੱਲ ਲੋਕ ਵਰਤ ਰਹੇ ਨੇ। ਵੈਸੇ ਤਾਂ ਮੂੰਹ ਚੋਂ ਸੁਗੰਧ ਆ ਰਹੀ ਹੈ, ਬੜਾ ਸੋਹਣਾ ਪਰਫਿਊਮ ਲੋਕਾਂ ਨੇ ਲਗਾਇਆ ਹੁੰਦਾ ਹੈ, ਮਾਊਥ ਫਰੈਸ਼ਨਰ ਵਰਤਦੇ ਨੇ, ਲੇਕਿਨ ਮਾਊਥ ਫਰੈਸ਼ਨਰ ਦੀ ਬੇਸ਼ੱਕ ਸੁਗੰਧ ਆ ਰਹੀ ਹੈ ਪਰ ਜਦੋਂ ਬੋਲਦੇ ਨੇ ਬਦਬੂ ਵਾਲੇ ਬੋਲ, ਨਿੰਦਾ, ਚੁਗਲੀ, ਈਰਖਾ, ਵੈਰ ਵਿਰੋਧ ਦੇ ਭਰੇ ਹੋਏ ਬੋਲ ਬੋਲ ਰਹੇ ਨੇ। ਬਦਬੂ ਆ ਰਹੀ ਹੈ ਮੂੰਹ ਚੋਂ, ਨਿੰਦਾ ਦੀ, ਚੁਗਲੀ ਦੀ, ਈਰਖਾ ਦੀ। ਸਾਫ਼ ਝਲਕ ਰਿਹਾ ਹੈ ਕਿ ਬੰਦਾ ਹੰਕਾਰੀ ਹੈ। ਹੰਕਾਰ ਦੀ ਬਦਬੂ ਆ ਰਹੀ ਹੈ ਬੋਲਾਂ ਚੋਂ, ਈਰਖਾ ਦੀ ਬਦਬੂ ਆ ਰਹੀ ਹੈ ਬੋਲਾਂ ਚੋਂ, ਮਨਮਤ ਦੀ ਬਦਬੂ ਆ ਰਹੀ ਹੈ ਬੋਲਾਂ ਦੇ ਵਿੱਚੋਂ। ਇਹ ਕੌਣ ਹੈ? ਜਿਹੜਾ ਸੱਚ ਦੇ ਨਾਲੋਂ ਟੁੱਟਿਆ ਹੋਇਆ ਹੈ। ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ। ਇਹਨੂੰ ਬਿਰਥਾ ਨਹੀਂ ਪੜਨਾ, ਬ੍ਰਿਥਾ ਪੜਨਾ ਹੈ, ਕਿਉਂਕਿ ਬੱਬੇ ਦੇ ਪੈਰ ਥੱਲੇ ਅੱਧਾ ਰਾਰਾ ਹੈ। ਬਿਨ ਸਿਮਰਨ, ਸਿਮਰਨ ਦਾ ਮਤਲਬ ਹੈ ਯਾਦ, ਰੱਬੀ ਗੁਣਾਂ ਦੀ ਯਾਦ, ਰੱਬ ਦੇ ਹੁਕਮ ਦੀ ਯਾਦ ਤੋਂ ਬਿਨਾ ਦਿਨ ਵੀ ਤੇ ਰਾਤ ਵੀ ਬੇਕਾਰ ਹੀ ਬੀਤ ਜਾਂਦੇ ਨੇ। ਜੇ ਬੰਦੇ ਨੂੰ ਯਾਦ ਨਹੀਂ, ਯਾਦ ਵਿੱਚ ਗੁਣ ਨਹੀਂ ਹਨ, ਸੱਚ ਨਹੀਂ, ਦਇਆ ਨਹੀਂ, ਧਰਮ ਨਹੀਂ, ਨਿਰਭੈਤਾ ਨਹੀਂ, ਨਿਰਵੈਰਤਾ ਨਹੀਂ, ਰੱਬ ਦਾ ਹੁਕਮ, ਰੱਬ ਦਾ ਸਿਸਟਮ ਯਾਦ ਨਹੀਂ, ਸਿਸਟਮ ਨੂੰ ਬੰਦਾ ਤੋੜ ਰਿਹਾ ਹੈ, ਤਾਂ ਦਿਨ ਰਾਤ ਬੇਕਾਰ ਹੀ ਬੀਤ ਰਿਹਾ। ਇਸੇ ਦਿਨ ਰਾਤ ਦੇ ਅੰਦਰ ਜੇ ਬੰਦਾ ਸੱਚ ਬੋਲੇ, ਪਿਆਰ ਦੇ ਨਾਲ ਰਹੇ, ਨਿਮਰਤਾ ਦੇ ਨਾਲ ਰਹੇ, ਇਹਨਾਂ ਚੀਜ਼ਾਂ ਨੂੰ ਯਾਦ ਰੱਖੇ, ਤਾਂ ਦਿਨ ਰਾਤ ਸੌਖਾ ਹੋ ਸਕਦਾ ਹੈ, ਸਫਲਾ ਹੋ ਸਕਦਾ ਹੈ। ਲੇਕਿਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੱਚ ਨਾਲੋਂ ਜਿਹੜਾ ਬੰਦਾ ਟੁੱਟਿਆ ਹੈ, ਰੱਬ ਦੀ ਯਾਦ ਤੋਂ ਬਿਨਾ,
ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਉਣ ਤੋਂ ਬਿਨਾਂ ਇਹ ਦਿਨ ਵੀ ਤੇ ਰਾਤ ਵੀ ਬੇਕਾਰ ਜਾ ਰਿਹਾ ਹੈ, ਵਿਅਰਥ ਗਵਾ ਰਿਹਾ ਹੈ। ਇਹਦਾ ਅਸੀਂ ਲਾਭ ਲੈ ਸਕਦੇ ਸੀ, ਹਰ ਇਨਸਾਨ ਲੈ ਸਕਦਾ ਸੀ, ਹਰ ਪਲ ਨੂੰ ਸੁਖਦਾਈ ਬਣਾ ਸਕਦਾ ਸੀ, ਪਰ ਇਹਨੇ ਲਾਭ ਲਿਆ ਨਹੀਂ, ਕਿਉਂਕਿ ਸੱਚ ਨੂੰ, ਸ਼ੁਭ ਗੁਣਾਂ ਨੂੰ ਇਹਨੇ ਯਾਦ ਨਹੀਂ ਰੱਖਿਆ। ਮੇਘ ਬਿਨਾਂ ਜੋ ਖੇਤੀ ਜਾਏ, ਦਿਨ ਰਾਤ ਕਿਵੇਂ ਖਾਲੀ ਜਾ ਰਿਹਾ, ਜਿਵੇਂ ਬੱਦਲ ਤੋਂ ਬਿਨਾਂ ਖੇਤੀ ਚਲੀ ਜਾਂਦੀ ਹੈ। ਬੱਦਲ ਦੇ ਨਾ ਪੈ, ਮੀਂਹ ਨਾ ਪੈ ਤਾਂ ਫਸਲਾਂ ਸੁੱਕ ਜਾਂਦੀਆਂ ਨੇ, ਫਸਲਾਂ ਵਿੱਚ ਦਾਣੇ ਨਹੀਂ ਪੈਂਦੇ, ਫਸਲਾਂ ਪ੍ਰਫੁੱਲਤ ਨਹੀਂ ਹੁੰਦੀਆਂ। ਜਲ ਬਿਨ ਸ਼ਾਖ ਕੁਮਲਾਵਤੀ, ਪਾਣੀ ਤੋਂ ਬਿਨਾਂ ਫਸਲਾਂ ਸੁੱਕ ਜਾਂਦੀਆਂ ਨੇ, ਗਮਲੇ ਬਾਗ ਸੁੱਕ ਜਾਂਦੇ ਨੇ, ਬਗੀਚੇ ਸੁੱਕ ਜਾਂਦੇ ਨੇ, ਪਾਰਕ ਸੁੱਕ ਜਾਂਦੇ ਨੇ, ਵਨਸਪਤੀ ਸੁੱਕ ਜਾਂਦੀ ਹੈ। ਇਸੇ ਤਰ੍ਹਾਂ ਸੱਚ ਤੋਂ ਬਿਨਾਂ, ਗੁਣਾਂ ਤੋਂ ਬਿਨਾਂ ਸਾਡਾ ਹਿਰਦਾ ਮੁਰਝਾ ਜਾਂਦਾ ਹੈ, ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਨਿਊਰਸਥੀਨੀਆ ਦਾ ਸ਼ਿਕਾਰ ਹੋ ਜਾਂਦਾ ਹੈ, ਇਹਦੀਆਂ ਖੁਸ਼ੀਆਂ ਖਤਮ ਹੋ ਜਾਂਦੀਆਂ ਨੇ, ਇਹਦੇ ਅੰਦਰੋਂ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਜਜ਼ਬੇ ਹੀ ਖਤਮ ਹੋ ਜਾਂਦੇ ਨੇ। ਇਹਦੇ ਅੰਦਰੋਂ ਖੁਸ਼ੀਆਂ ਮਿਲਵਰਤਨ ਦੀ ਭਾਵਨਾ ਹੀ ਖਤਮ ਹੋ ਜਾਂਦੀ ਹੈ। ਇਹਦੇ ਅੰਦਰ ਇਨਸਾਨੀਅਤ ਰਹਿੰਦੀ ਹੀ ਨਹੀਂ, ਵਿਗਾਸਤਾ ਰਹਿੰਦੀ ਹੀ ਨਹੀਂ। ਜਿਵੇਂ ਬੱਦਲਾਂ ਤੋਂ ਬਿਨਾਂ ਖੇਤੀ ਮੁਰਝਾ ਜਾਂਦੀ ਹੈ, ਐਵੇਂ ਸ਼ੁਭ ਗੁਣਾਂ ਤੋਂ ਬਿਨਾਂ ਮਨੁੱਖ ਦਾ ਮਨ ਵੀ ਮੁਰਝਾ ਜਾਂਦਾ ਹੈ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ, ਭਜਨ ਦਾ ਮਤਲਬ ਰੱਬ ਦੇ ਗੁਣ ਗਾਣੇ। ਰੱਬ ਦੇ ਗੁਣਾਂ ਤੋਂ ਬਿਨਾਂ ਸਾਰੇ ਕੰਮ ਹੀ ਵਿਅਰਥ ਨੇ, ਸਾਰੇ ਕੰਮ, ਚਾਹੇ ਉਹ ਵਰਤ ਨੇ, ਨਰਾਤੇ ਸਰਾਧ ਨੇ, ਚਾਹੇ ਉਹ ਤੀਰਥ ਇਸ਼ਨਾਨ ਨੇ, ਬੇਕਾਰ ਨੇ ਕੰਮ। ਇਹਨਾਂ ਕੰਮਾਂ ਦੇ ਨਾਲ ਅੱਜ ਤੱਕ ਕਿਸੇ ਨੂੰ ਕੀ ਮਿਲਿਆ? ਕੀ ਇਨਸਾਨੀਅਤ ਪੈਦਾ ਹੋਈ ਹੈ? ਕੀ ਸੁੱਖ ਆਇਆ ਹੈ? ਕੀ ਸ਼ਾਂਤੀ ਆਈ ਹੈ? ਕੀ ਜੀਵਨ ਦੇ ਅੰਦਰ ਵਿਗਾਸਤਾ ਆਈ ਹੈ? ਕੀ ਇਹ ਕੰਮ ਕਰ ਕਰਕੇ ਸਾਡੀ ਬੋਲੀ ਮਿੱਠੀ ਹੋ ਗਈ ਹੈ? ਕਿ ਸਾਡੇ ਅੰਦਰ ਨਿਮਰਤਾ ਆ ਗਈ? ਕੋਈ ਛੇੜ ਕੇ ਤਾਂ ਦੇਖੇ। ਤੇ ਜੇ ਗੋਬਿੰਦ ਦਾ ਭਜਨ ਹੁੰਦਾ, ਰੱਬ ਦੇ ਗੁਣ ਅੰਦਰ ਹੁੰਦੇ, ਤਾਂ ਜੀਵਨ ਨੇ ਸਫਲ ਹੋਣਾ ਸੀ। ਪਹਿਲੀ ਗੱਲ ਇਹ ਕਿ ਜਿੰਨੀਆਂ ਵੀ ਮਿੱਠੀਆਂ ਹੋਈਆਂ ਧਾਰਮਿਕ ਰਸਮਾਂ ਨੇ, ਮਿੱਠੀਆਂ ਹੋਈਆਂ, ਸੱਚ ਤੋਂ ਬਿਨਾਂ, ਰੱਬੀ ਗੁਣਾਂ ਤੋਂ ਬਿਨਾਂ ਬੇਕਾਰ ਔਰ ਵਿਅਰਥ ਨੇ। ਦੂਜੀ ਗੱਲ, ਜੋ ਅਸੀਂ ਜ਼ਿੰਦਗੀ ਦੇ ਅੰਦਰ ਕੰਮ ਕਰਦੇ ਹਾਂ, ਚਾਹੇ ਉਹ ਦੁਕਾਨ ਹੈ, ਖੇਤੀ ਹੈ, ਵਪਾਰ ਹੈ, ਜੇ ਜੀਵਨ ਵਿੱਚ ਸੱਚ ਨਹੀਂ, ਜੇ ਜੀਵਨ ਵਿੱਚ ਗੁਣ ਨਹੀਂ, ਤਾਂ ਇਹ ਜਿਹੜੇ ਕੰਮ ਨੇ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਪੈਦਾ ਕਰਨਗੇ। ਕਿਉਂਕਿ ਕੰਮ ਤੇ ਕਰਨੇ ਸਨ ਖੁਸ਼ੀ ਵਾਸਤੇ, ਸੁੱਖ ਵਾਸਤੇ, ਪਰ ਜੇ ਗੁਣ ਨਹੀਂ, ਜੇ ਰਜਾ ਮੁਤਾਬਕ ਨਹੀਂ ਚੱਲਦੇ, ਤਾਂ ਕਾਰਜ ਵੀ ਬੇਕਾਰ ਹੋ ਜਾਣਗੇ। ਤਾਂ ਘਰ ਤਾਂ ਬਹੁਤ ਵੱਡਾ ਬਣਾ ਲਿਆ, ਲੇਕਿਨ ਘਰ ਦੇ ਅੰਦਰ ਪਿਆਰ ਮੁਹੱਬਤ ਨਹੀਂ, ਤਾਂ ਬੰਦੇ ਦੀ ਜ਼ਿੰਦਗੀ ਬੇਕਾਰ ਹੋ ਗਈ ਨਾ। ਇਸ ਲਈ ਜ਼ਰੂਰਤ ਹੈ ਰੱਬੀ ਗੁਣਾਂ ਦੀ। ਜਿੱਥੇ ਸੱਚ ਹੈ ਉਹ ਹਰ ਕੰਮ ਹੀ ਸਫਲ ਹੈ, ਤੇ ਜਿਹੜਾ ਬੇਸ ਸੱਚ ਨਹੀਂ, ਉਹ ਹਰ ਕੰਮ ਦੁਖਦਾਈ ਹੋਏਗਾ। ਜਿਉਂ ਕਿਰਪਨ ਕੇ ਨਿਰਾਰਥ ਦਾਮ, ਰੱਬੀ ਗੁਣਾਂ ਤੋਂ ਬਿਨਾਂ ਸਾਰੇ ਕੰਮ ਬੇਕਾਰ ਕਿਵੇਂ ਨੇ? ਮਿਸਾਲ ਦੇ ਰਹੇ ਨੇ, ਜਿਉਂ ਕਿਰਪਨ ਕੇ ਨਿਰਾਰਥ ਦਾਮ। ਨਿਰਾਰਥ ਦਾ ਮਤਲਬ ਵਿਅਰਥ, ਦਾਮ ਦਾ ਮਤਲਬ ਦੰਬੜੇ, ਪੈਸੇ, ਕਿਰਪਨ ਦਾ ਮਤਲਬ ਕੰਜੂਸ। ਜਿਵੇਂ ਕੰਜੂਸ ਦਾ ਧਨ ਉਹਦੇ ਆਪਣੇ ਕਿਸੇ ਕੰਮ ਨਹੀਂ ਆਉਂਦਾ, ਸਾਂਭ ਸਾਂਭ ਕੇ ਮਰ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਧਨ ਨਾ ਸਾਂਭੇ ਜਾਂ ਧਨ ਨੂੰ ਗਵਾ ਦੇਵੇ। ਦੋ ਗੱਲਾਂ ਹੁੰਦੀਆਂ ਨੇ, ਇੱਕ ਹੁੰਦੀ ਹੈ ਫਜ਼ੂਲ ਖਰਚੀ। ਫਜ਼ੂਲ ਖਰਚੀ ਤੋਂ ਬੰਦੇ ਨੂੰ ਬਚਣਾ ਚਾਹੀਦਾ ਹੈ। ਆਪਣੇ ਬਜਟ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਜੇ 1000 ਰੁਪਏ ਸਾਡੀ ਇਨਕਮ ਹੈ, ਤਾਂ ਉਹਦੇ ਚੋਂ ਘੱਟ ਤੋਂ ਘੱਟ 10% ਤੁਹਾਨੂੰ ਸੇਵ ਕਰਨਾ ਚਾਹੀਦਾ ਹੈ ਇੰਡੀਅਨ ਜ਼ਿੰਦਗੀ ਮੁਤਾਬਕ, ਕਿਉਂਕਿ ਉਹ ਤੁਹਾਡੇ ਕੰਮ ਆਏਗਾ। ਬਾਕੀ 90% ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਜੀਵੋ। ਯਾਨੀ ਚਾਦਰ ਤੋਂ ਵਾਰ ਪੈਰ ਜਿਹੜਾ ਪਸਾਰੇਗਾ, ਉਹ ਬੰਦਾ ਆਪਣੇ ਜੀਵਨ ਵਿੱਚ ਗੜਬੜ ਕਰ ਬੈਠੇਗਾ। ਫਜ਼ੂਲ ਖਰਚੀ ਠੀਕ ਨਹੀਂ ਹੈ। ਇੱਕ ਤੇ ਹੈ ਫਜ਼ੂਲ ਖਰਚੀ, ਤੇ ਦੂਜਾ ਹੈ ਸੂਮ ਪੁਣਾ। ਸੂਮ ਪੁਣਾ ਉਹਨੂੰ ਕਹਿੰਦੇ ਨੇ ਕਿ ਪੈਸਾ ਵੀ ਹੈ, ਖਰਚ ਕਰ ਸਕਦਾ ਹਾਂ, ਤੇ ਲੋੜ ਵੀ ਹੈ, ਪਰ ਮੈਂ ਉਸ ਲੋੜ ਵਾਸਤੇ ਵੀ ਖਰਚ ਨਹੀਂ ਕਰ ਰਿਹਾ। ਮੈਂ ਰੋਟੀ ਦੇ ਨਾਲ ਸਬਜ਼ੀ ਮੰਗਾ ਕੇ ਖਾ ਸਕਦਾ, ਪੈਸਾ ਹੈ ਮੇਰੇ ਕੋਲ ਵਾਧੂ, ਪਰ ਮੈਂ ਸੁੱਕੀ ਰੋਟੀ ਖਾ ਰਿਹਾ, ਬਿਨਾਂ ਸਬਜ਼ੀ ਤੋਂ ਖਾ ਰਿਹਾ। ਮੈਨੂੰ ਫਰੂਟ ਖਾਣਾ ਚਾਹੀਦਾ ਮੌਸਮੀ, ਮੈਂ ਫਰੂਟ ਨਹੀਂ ਖਾ ਰਿਹਾ।
ਮੈਨੂੰ ਕੱਪੜੇ ਪਾਣੇ ਚਾਹੀਦੇ ਨੇ ਮੌਸਮ ਦੇ ਹਿਸਾਬ ਨਾਲ, ਉਹ ਮੈਂ ਨਹੀਂ ਪਾ ਰਿਹਾ, ਤਾਂ ਮੇਰਾ ਉਹ ਪੈਸਾ ਕਿਸ ਕੰਮ ਹੈ? ਪਿਆ ਹੀ ਰਹਿਣਾ ਨਾ, ਉਹਦਾ ਮਾਲਕ ਕੋਈ ਹੋਰ ਬਣ ਜਾਏ। ਤਾਂ ਜ਼ਰੂਰਤ ਇਹ ਹੈ ਕਿ ਬੰਦਾ ਜੋ ਪੈਸਾ ਕਮਾਉਂਦਾ ਹੈ ਉਹਨੂੰ ਠੀਕ ਢੰਗ ਦੇ ਨਾਲ ਵਰਤੇ, ਤੇ ਜੇ ਨਹੀਂ ਵਰਤਦਾ, ਕਮਾਈ ਜਾਂਦਾ ਹੈ, ਇਕੱਠਾ ਕਰੀ ਜਾਂਦਾ ਹੈ, ਤੇ ਸੋਮ ਦੇ ਤੇ ਕਿਸੇ ਕੰਮ ਨਹੀਂ, ਉਹਨੇ ਮਰ ਜਾਣਾ, ਤੇ ਪੈਸਾ ਨਾਲ ਥੋੜੀ ਜਾਣਾ ਹੈ, ਪੈਸਾ ਬੇਕਾਰ ਹੋ ਗਿਆ ਨਾ। ਤਾਂ ਇਸੇ ਤਰ੍ਹਾਂ ਬੰਦਾ ਕਰਮ ਕਰੀ ਜਾਏ ਧਾਰਮਿਕ ਮਿੱਠੇ ਹੋਏ ਕਰਮ ਕਾਂਡ, ਪਰ ਸੱਚ ਦੇ ਨਾਲ ਨਾ ਜੁੜੇ, ਤਾਂ ਉਹ ਕਰਮ ਬੇਕਾਰ ਵਿਅਰਥ ਨੇ, ਉਹਨਾਂ ਕੰਮਾਂ ਦਾ ਕੋਈ ਲਾਭ ਨਹੀਂ ਹੋਣਾ। ਸੱਚ ਦੇ ਨਾਲ, ਦਇਆ ਦੇ ਨਾਲ, ਪਿਆਰ ਦੇ ਨਾਲ ਇਹਨਾਂ ਕੰਮਾਂ ਕਰਕੇ ਜ਼ਿੰਦਗੀ ਦੇ ਅੰਦਰ ਸੁੱਖ ਔਰ ਸ਼ਾਂਤੀ ਆਉਣੀ। ਧਨ ਧਨ ਤੇ ਜਨ ਜੇ ਘਟ ਬਸਿਓ ਹਰਨਾਉ। ਗੁਰੂ ਜੀ ਕਹਿੰਦੇ ਨੇ ਉਹ ਲੋਕ ਧਨਤਾ ਯੋਗ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ, ਯਾਨੀ ਪ੍ਰਭੂ ਦੀ ਸਲਾਹ, ਰੱਬ ਦਾ ਹੁਕਮ ਜਿਨ੍ਹਾਂ ਦੇ ਹਿਰਦੇ ਵਿੱਚ ਵਸਦਾ ਹੈ, ਯਾਨੀ ਜੋ ਰੱਬੀ ਹੁਕਮ ਦੇ ਨਾਲ ਪਿਆਰ ਕਰਦੇ ਨੇ, ਹੁਕਮ ਰਜ਼ਾਈ ਚੱਲਣਾ, ਜੋ ਰੱਬ ਦੀ ਰਜ਼ਾ ਦੇ ਮੁਤਾਬਕ ਚੱਲਦੇ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ, ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਮੈਂਟੈਲਿਟੀ ਦੇ ਅੰਦਰ ਰੱਬ ਦੇ ਗੁਣ ਵਸ ਗਏ ਨੇ, ਉਹ ਲੋਕ ਧਨ ਨੇ। ਜਿਹੜੇ ਅੱਖਾਂ ਨਾਲ ਸਭ ਦੇ ਅੰਦਰ ਰੱਬ ਦੀ ਜੋਤ ਵੇਖਦੇ ਨੇ, ਕੰਨਾਂ ਨਾਲ ਸੱਚ ਸੁਣਦੇ ਨੇ, ਜ਼ਬਾਨ ਨਾਲ ਸੱਚੇ ਮਿੱਠੇ ਪਿਆਰੇ ਬੋਲ ਬੋਲਦੇ ਨੇ, ਹੱਥਾਂ ਦੇ ਨਾਲ ਇਮਾਨਦਾਰੀ ਨਾਲ ਦਸਾਂ ਨਵਾਂ ਦੀ ਸੱਚੀ ਸੁੱਚੀ ਕਿਰਤ ਔਰ ਸਹਿਯੋਗ ਕਰਦੇ ਨੇ, ਪੈਰਾਂ ਨਾਲ ਸਿੱਧੇ ਰਾਹਾਂ ਤੇ ਤੁਰਦੇ ਨੇ, ਮਨ ਕਰਕੇ ਸੱਚ ਸੋਚਦੇ ਨੇ, ਉਹ ਇਨਸਾਨ ਧਨਤਾ ਦੇ ਯੋਗ ਨੇ। ਗੁਰੂ ਜੀ ਕਹਿੰਦੇ ਨੇ ਨਾਨਕ ਤਾਕੈ ਬਲ ਬਲ ਜਾਉ, ਇਹਨੂੰ ਜਾਓ ਨਹੀਂ ਪੜ੍ਹਨਾ, ਜਾਉ ਫਸਟ ਪਰਸਨ ਦੀ ਗੱਲ ਹੈ। ਗੁਰੂ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਵਾਰਨੇ ਸਦਕੇ ਕੋਲ ਘੁਮਾਈ ਹੁੰਨਾ ਉਹਨਾਂ ਤੋਂ, ਜਿਨ੍ਹਾਂ ਦੀ ਮੈਂਟੈਲਿਟੀ, ਮਾਨਸਿਕਤਾ ਦੇ ਅੰਦਰ ਰੱਬ ਦਾ ਹੁਕਮ, ਰੱਬ ਦੇ ਗੁਣ ਵਸ ਗਏ ਨੇ, ਉਹ ਸਤਿਕਾਰਯੋਗ ਨੇ, ਉਹਨਾਂ ਨੂੰ ਦੁਨੀਆ ਵਿੱਚ ਮਾਣ ਮਿਲਦਾ ਹੈ, ਉਹ ਧਨਤਾ ਯੋਗ ਨੇ, ਕਿਉਂਕਿ ਉਹ ਆਪ ਵੀ ਸੁਖੀ ਨੇ ਔਰ ਇਸ ਸੰਸਾਰ ਔਰ ਸਮਾਜ ਨੂੰ ਵੀ ਉਹ ਸੁਖੀ ਕਰਨ ਦਾ, ਖੁਸ਼ਹਾਲ ਬਣਾਉਣ ਦਾ ਯਤਨ ਕਰਦੇ ਨੇ। ਹੁਣ ਅਗਲਾ ਬਚਨ ਕਰਦੇ ਨੇ, ਮਨੁੱਖ ਦੀ ਹੋਰ ਪ੍ਰੋਬਲਮ ਕੀ ਹੈ? ਰਹਿਤ ਅਵਰ ਕਛ ਔਰ ਕਮਾਵਤ। ਰਹਿਤ ਦਾ ਮਤਲਬ ਹੈਗਾ ਬਾਹਰਲੀ ਰਹਿਤ, ਬਾਹਰਲੇ ਚਿੰਨ ਜਿਹੜੇ ਧਾਰਮਿਕ ਧਾਰਨ ਕੀਤੇ ਹੋਏ ਨੇ, ਰਹਿਤ ਬਹਿਤ, ਬਾਹਰ ਦਾ ਵਿਖਾਵਾ, ਇਹ ਤੇ ਕੁਛ ਹੋਰ ਹੈ। ਕਛ ਅਵਰ ਕਮਾਵਤ, ਪਰ ਕਮਾ ਕੁਛ ਹੋਰ ਰਿਹਾ ਹੈ, ਵਿਖਾਵਾ ਹੋਰ ਤੇ ਕਮਾਈ ਕੁਛ ਹੋਰ। ਪਹਿਨਾਵਾ ਤੇ ਪਹਿਨਿਆ ਹੋਇਆ ਧਾਰਮਿਕ, ਲੇਕਿਨ ਸੋਚ ਧਾਰਮਿਕ ਨਹੀਂ, ਕਰਮ ਧਾਰਮਿਕ ਨਹੀਂ। ਰਾਵਣ ਪਹਿਨਾਵਾ ਤੇ ਪਹਿਨਿਆ ਹੋਇਆ ਧਾਰਮਿਕ, ਪਰ ਉਹ ਧਰਮ ਉਪਦੇਸ਼ ਵਾਸਤੇ ਨਹੀਂ, ਸੀਤਾ ਨੂੰ ਚੁੱਕਣ ਵਾਸਤੇ ਹੈ। ਹੈ ਤਾਂ ਨਹੀਂ ਕੁਛ, ਪਰ ਮੈਂ ਕਹੇ ਕੋਈ ਮਿੱਟੀ ਮੁੱਟੀ ਦੀ ਡੜੀ ਮੋਟੀ ਹੋਵੇ। ਹੈਲੋ, ਹਾਂਜੀ, ਸੌਰੀ ਗਿਆਨੀ ਜੀ। ਰਹਿਤ ਅਵਰ ਕਛ ਅਵਰ ਕਮਾਵਤ, ਰਹਿਤ ਤੇ ਹੋਰ ਹੈ। ਧਾਰਮਿਕ ਪਹਿਨਾਵਾ ਰਾਵਣ ਨੇ ਪਹਿਨਿਆ, ਰਹਿਤ ਤੇ ਬੜੀ ਵਧੀਆ ਹੈ, ਧਾਰਮਿਕ ਪਹਿਨਾਵਾ ਹੈ, ਲੇਕਿਨ ਧਾਰਮਿਕ ਪਹਿਨਾਵਾ ਰੱਬ ਨੂੰ ਮਿਲਣ ਲਈ, ਧਰਮ ਕਮਾਉਣ ਲਈ, ਸੀਤਾ ਨੂੰ ਹਰਨ ਵਾਸਤੇ ਹੈ। ਤਾਂ ਇਹੋ ਜਿਹੇ ਪਹਿਨਾਵੇ ਦਾ ਫਿਰ ਲਾਭ ਨਹੀਂ ਨਾ ਹੈ। ਅੱਜ ਵੀ ਅਸੀਂ ਦੇਖਦੇ ਹਾਂ ਕਿਤਨੇ ਧਰਮੀ ਲੋਕ ਨੇ, ਕਿੰਨੇ ਬਾਬੇ ਨੇ, ਇੱਕ ਤੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਬੈਠਾ ਸੀ ਨਾ, ਤੇ ਅੱਜ ਉਹਦਾ ਹਾਲ ਦੇਖ ਲਓ। ਯਾਨੀ ਰਹਿਤ ਹੋਰ ਹੈ, ਬਾਹਰੋਂ ਬੰਦਾ ਹੋਰ ਹੈ, ਅੰਦਰੋਂ ਹੋਰ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੀ ਅਵਸਥਾ ਹੈ। ਦਿਸਣ ਨੂੰ ਬੰਦਾ ਹੈ, ਪਰ ਕੰਮ ਬੰਦਿਆਂ ਵਾਲੇ ਨਹੀਂ। ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਪਰ ਕਰਮ ਸਾਰੇ ਹੀ ਧਾਰਮਿਕ, ਇੱਕ ਵੀ ਨਹੀਂ, ਸਭ ਠੱਗੀਆਂ ਠੂਰੀਆਂ। ਬਗਲੇ ਦੀ ਤਰ੍ਹਾਂ, ਬਗਲਾ ਤੀਰਥ ਵਿੱਚ ਬੈਠਾ ਹੈ, ਇੱਕ ਪੈਰ ਵੀ ਚੱਕਿਆ ਹੋਇਆ ਹੈ, ਅੱਖਾਂ ਵੀ ਅੱਧੀਆਂ ਬੰਦ ਨੇ, ਇੰਝ ਜਾਪਦਾ ਜਿਵੇਂ ਬੜੀ ਸਮਾਧੀ ਵਿੱਚ ਧਿਆਨ ਦੇ ਅੰਦਰ ਬੈਠਾ ਹੈ, ਮੈਡੀਟੇਸ਼ਨ ਕਰ ਰਿਹਾ ਹੈ। ਪਰ ਉਹ ਮੈਡੀਟੇਸ਼ਨ ਕੋਈ ਭਗਤੀ ਨਹੀਂ, ਉਹ ਡੱਡੀਆਂ ਮੱਛੀਆਂ ਵਾਸਤੇ ਬੈਠਾ। ਜਦੋਂ ਡੱਡੀ ਮੱਛੀ ਨੇੜੇ ਆਈ, ਉਹਨੇ ਖੜਪ ਕਰਕੇ ਖਾ ਜਾਣੀ। ਬੰਦਾ ਬੈਠਾ ਸੀ ਨਾ, ਪੈਸੇ ਠਨ ਠਨ ਕਰਕੇ ਪੈਰੇ ਸਨ ਕੁੱਜੇ ਵਿੱਚ, ਸਾਖੀ ਆਪ ਨੇ ਸਰਵਣ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨੇ ਕੁੱਜਾ ਚੁਕਾ ਕੇ ਪਿੱਛੇ ਧਰਤਾ। ਹੁਣ ਦੇਖੋ, ਵਿਖਾਵਾ ਤੇ ਕੀਤਾ ਜਾ ਰਿਹਾ ਕਿ ਮੈਂ ਸਮਾਧੀ ਲਾਈ ਬੈਠਾ, ਕਈ ਲੋਕ ਮੈਨੂੰ ਦਿਸਦੇ ਨੇ, ਬਾਹਰੀ ਵਿਖਾਵਾ ਤੇ ਇਹ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਸਾਖੀ ਆਪਾਂ ਕਈ ਵਾਰ ਸਾਂਝੀ ਕੀਤੀ ਕਿ ਲੱਕੜਾਂ ਬੰਦਾ ਧੋ ਕੇ ਬਾਲ ਰਿਹਾ ਹੈ, ਬਰਤਨ ਧੋਤੇ ਨੇ, ਆਪ ਨਹਾਤਾ ਹੈ, ਲੇਕਿਨ ਭਾਈ ਮਰਦਾਨਾ ਜੀ ਦਾ ਪਰਛਾਵਾਂ ਪੈਂਦੇ ਹੀ ਕਹਿੰਦਾ ਮੇਰਾ ਚੌਂਕਾ ਪਿੱਟ ਗਿਆ, ਔਰ ਚੁੱਕ ਕੇ ਮਾਰਨ ਵਾਸਤੇ ਦੌੜ ਰਿਹਾ। ਬਾਹਰੀ ਪਹਿਨਾਵਾ ਤੇ ਇਹ ਹੈ। ਹੁਣ ਧਾਰਮਿਕ ਲੋਕਾਂ ਦਾ ਦੇਖੋ, ਬਹੁਤੇ ਜਿਹੜੇ ਧਾਰਮਿਕ, ਬਾਹਰੋਂ ਤੇ ਧਾਰਮਿਕ ਪਹਿਨਾਵਾ ਹੈ, ਲੇਕਿਨ ਗੁਰਦੁਆਰਿਆਂ ਵਿੱਚ ਪੱਗਾਂ ਲੈ ਰਹੀਆਂ ਨੇ, ਇੱਕ ਦੂਜੇ ਦੀ ਸਿਰ ਪਾੜੇ ਜਾ ਰਹੇ ਨੇ, ਹੇਰਾ ਫੇਰੀਆਂ ਕੀਤੀਆਂ ਜਾ ਰਹੀਆਂ ਨੇ। ਗੋਲਕ ਚੋਰ ਪਾਓ ਤੁਸੀਂ YouTube ਦੇ ਉੱਤੇ ਤਾਂ ਧਾਰਮਿਕ ਪਹਿਨਾਵੇ ਵਾਲੇ ਆਪ ਨੂੰ ਤਾਂ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇੱਕ ਧਰਮ ਦੀ ਨਹੀਂ, ਸਭ ਧਰਮਾਂ ਦੇ ਵਿੱਚ ਬਹੁਤਾ ਹਾਲ ਹੈ, ਬਹੁਤਾਤ ਗਿਣਤੀ। ਤਾਂ ਗੁਰੂ ਜੀ ਕਹਿੰਦੇ ਨੇ ਰਹਿਤ ਅਵਰ ਕਛ ਅਵਰ ਕਮਾਵਤ, ਇਹ ਜ਼ਿੰਦਗੀ ਦੀ ਪ੍ਰੋਬਲਮ ਹੈ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਗੰਢ ਲਾਵਤ ਦਾ ਮਤਲਬ ਗਾਂਢੇ ਲਾਂਦਾ ਹੈ, ਜੋੜ ਤੋੜ ਕਰਦਾ ਹੈ। ਮਨ ਨਹੀਂ ਪ੍ਰੀਤ, ਮਨ ਦੇ ਅੰਦਰ ਤੇ ਪ੍ਰਭੂ ਦੀ ਪ੍ਰੀਤ ਹੈ ਨਹੀਂ, ਮਨ ਵਿੱਚ ਗੁਣਾਂ ਦੀ ਪ੍ਰੀਤ ਨਹੀਂ, ਮਨ ਵਿੱਚ ਸੱਚ ਦੀ ਭਾਵਨਾ ਨਹੀਂ, ਦਇਆ ਦੀ ਭਾਵਨਾ ਨਹੀਂ, ਪਿਆਰ ਨਹੀਂ, ਇਨਸਾਨੀਅਤ ਨਹੀਂ। ਮੁਖੋਂ ਗੰਢ ਲਾਵਤ, ਲੇਕਿਨ ਮੂੰਹ ਤੋਂ ਗੱਲਾਂ ਪਿਆਰ ਦੀਆਂ ਕਰਦਾ ਹੈ, ਗੱਲਾਂ ਘਰ ਪੂਰਾ ਕਰਦਾ ਹੈ, ਗਾਂਢੇ ਸਾਂਢੇ ਲਾਉਂਦਾ ਹੈ। ਮੂੰਹ ਚੋਂ ਗੱਲਾਂ ਸੁਣੋ, ਬੰਦਾ ਇੰਨੇ ਕੌਨਫੀਡੈਂਸ ਦੇ ਨਾਲ ਰੱਬ ਦੀ ਗੱਲ ਕਰਦਾ ਹੈ, ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਬੰਦਾ ਰੱਬ ਦਾ ਪੀਏ ਹੋਣਾ ਹੈ। ਦੂਜਾ ਬੰਦਾ ਇੰਨੇ ਕੌਨਫੀਡੈਂਸ ਨਾਲ ਗੱਲ ਕਰ ਰਿਹਾ ਹੈ, ਪ੍ਰਤੀਤ ਹੁੰਦਾ ਕਿ ਰੱਬ ਇਹਨਾਂ ਦੇ ਘਰ ਆਣ ਕੇ ਰਾਤ ਰੁਕਦਾ ਹੋਣਾ ਜ਼ਰੂਰ, ਵੀ ਇੰਨੀਆਂ ਨੂੰ ਗੱਲਾਂ ਦੱਸਦਾ ਹੋਣਾ ਤਾਂ ਹੀ ਪਤਾ। ਤੀਜੇ ਬੰਦੇ ਦੀਆਂ ਗੱਲਾਂ ਸੁਣ ਕੇ ਇੰਜ ਪ੍ਰਤੀਤ ਹੁੰਦਾ ਵੀ ਜਿਵੇਂ ਰੱਬ ਬਾਹਰ ਨਿਕਲਣ ਲੱਗਿਆ, ਇਹਨਾਂ ਦੇ ਘਰੋਂ ਨਾਸ਼ਤਾ ਪਾਣੀ ਕਰਕੇ ਕੋਈ ਅੱਧਾ ਘੰਟਾ ਗੱਲਾਂ ਬਾਤਾਂ ਦੱਸ ਕੇ ਵੀ ਅੱਜ ਮੈਂ ਇਹ ਕੰਮ ਕਰਨਾ ਜਾਂਦਾ ਹੋਣਾ। ਕੌਨਫੀਡੈਂਸ ਇਹਨੇ ਨਾਲ ਗੱਲਾਂ ਹੋ ਰਹੀਆਂ ਨੇ, ਲੇਕਿਨ ਜੀਵਨ ਦੇ आवाज बंद हो गई है, आवाज नहीं आ रही। लेकिन जीवन ਦੇ ਅੰਦਰ ਕੁਝ ਵੀ ਨਹੀਂ ਹੈ। ਆਵਾਜ਼ ਆ ਨਹੀਂ ਰਹੀ ਜੀ? ਜੀਵਨ ਸੌਰੀ, ਆਵਾਜ਼ ਸਾਰਿਆਂ ਨੂੰ ਆ ਰਹੀ ਹੈ ਜੀ। ਭੈਣ ਜੀ ਤੁਸੀਂ ਆਪਣਾ ਸਿਸਟਮ ਚੈੱਕ ਕਰ ਲਓ, ਇੱਧਰ ਆਵਾਜ਼ ਬਹੁਤ ਵਧੀਆ ਆ ਰਹੀ ਹੈ। ਥੈਂਕ ਯੂ। ਜੀਵਨ ਦੇ ਅੰਦਰ ਕੁਝ ਵੀ ਨਹੀਂ ਹੈ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਕਿ ਜੇ ਮਨ ਦੇ ਅੰਦਰ ਪ੍ਰੀਤ ਨਹੀਂ ਤਾਂ ਗੱਲਾਂ ਬਾਤਾਂ ਦੇ ਨਾਲ ਕੁਝ ਨਹੀਂ ਬਣਨਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਦਾਂ ਕਾਲੀਆਂ, ਬਾਹਰ ਚਿੱਟਵੀਆਂ। ਤਾਂ ਅਗਲਾ ਵਚਨ ਗੁਰਦੇਵ ਜੀ ਕਰਦੇ ਨੇ, ਜਾਣਨ ਹਾਰ ਪ੍ਰਭੂ ਪ੍ਰਵੀਨ। ਪ੍ਰਵੀਨ ਦਾ ਮਤਲਬ ਸਿਆਣਾ, ਦਿਲ ਦੀਆਂ ਜਾਣਨ ਵਾਲਾ ਪ੍ਰਭੂ ਸਿਆਣਾ ਹੈ। ਮੈਨੂੰ ਤਾਂ ਤੁਸੀਂ ਗੱਲਾਂ ਨਾਲ ਇਮੋਸ਼ਨਲ ਬਲੈਕਮੇਲ ਕਰ ਲੋਗੇ, ਮੇਰਾ ਘਰ ਪੂਰਾ ਕਰ ਦਿਓਗੇ ਗੱਲਾਂ ਨਾਲ। ਗੱਲਾਂ ਨਾਲ ਮੈਂ ਤੁਹਾਡਾ ਘਰ ਪੂਰਾ ਕਰ ਦਿਆਂਗਾ। ਕੋਈ ਸਵਾਲ ਪੁੱਛੋਗੇ ਉਹਦਾ ਜਵਾਬ ਦੇ ਦਿਆਂਗਾ। ਤੁਹਾਨੂੰ ਮੈਂ ਇਮੋਸ਼ਨਲ ਬਲੈਕਮੇਲ ਕਰ ਸਕਦਾ ਹਾਂ, ਰੀਜ਼ਨ ਕਿ ਮੈਂ ਤੁਹਾਡੇ ਮਨ ਦੀ ਭਾਵਨਾ ਨੂੰ ਨਹੀਂ ਜਾਣਦਾ। ਪਰ ਮੈਂ ਰੱਬ ਨੂੰ ਮੂਰਖ ਕਿਵੇਂ ਬਣਾਵਾਂ? ਰੱਬ ਨੂੰ ਇਮੋਸ਼ਨਲ ਬਲੈਕਮੇਲ ਕਿਵੇਂ ਕਰਾਂ? ਉਹ ਤੇ ਵਾਲਾ ਹੈ, ਉਹ ਤਾਂ ਘੱਟ ਦੇ ਅੰਦਰ ਦੀ ਜਾਣਨ ਵਾਲਾ ਹੈ ਨਾ। ਤਾਂ ਇਸ ਲਈ ਸਾਡੀ ਇਹ ਪ੍ਰੋਬਲਮ ਹੈ ਆਮ ਬੰਦੇ ਦੀ, ਕਿ ਬੰਦਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ। ਜਦੋਂ ਇਹਨੂੰ ਸਮਝ ਪੈ ਜਾਏਗੀ ਕਿ ਰੱਬ ਜਾਣਨ ਵਾਲਾ ਹੈ ਤਾਂ ਇਹ ਅੰਦਰੋਂ ਬਾਹਰੋਂ ਇੱਕ ਹੋਵੇਗਾ। ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ। ਭੀਨ ਦਾ ਮਤਲਬ ਭਿੱਜਦਾ ਨਹੀਂ, ਭੇਖ ਦਾ ਮਤਲਬ ਬਾਹਰ ਦਾ ਵਿਖਾਵਾ, ਪਹਿਨਾਵਾ। ਉਹ ਬਾਹਰਲੇ ਭੇਖ ਦੇ ਨਾਲ ਪ੍ਰਸੰਨ ਨਹੀਂ ਹੁੰਦਾ। ਪ੍ਰਵੀਨ ਜਾਣਦਾ ਸਾਡੇ ਕਰਮਾਂ ਨੂੰ, ਮਾਨਸਿਕਤਾ ਨੂੰ। ਬਾਹਰਲੇ ਭੇਖ ਦੇ ਨਾਲ, ਪਹਿਨਾਵੇ ਦੇ ਨਾਲ ਰੱਬ ਨਹੀਂ ਖੁਸ਼ ਹੁੰਦਾ। ਅਸੀਂ ਸੂਟ ਬੂਟ ਪਾ ਕੇ ਲੋਕਾਂ ਨੂੰ ਖੁਸ਼ ਕਰ ਸਕਦੇ ਹਾਂ, ਲੇਕਿਨ ਰੱਬ ਨੂੰ ਨਹੀਂ। ਰੱਬ ਨੇ ਸਾਡੇ ਕੰਮਾਂ ਨਾਲ ਖੁਸ਼ ਹੋਣਾ ਹੈ, ਰੱਬ ਨੇ ਸਾਡੀ ਸੋਚ ਨੂੰ ਵੇਖਣਾ ਹੈ। ਬਾਹਰ ਦੇ ਭੇਖਾਂ ਦੇ ਨਾਲ ਨਹੀਂ, ਵਿਖਾਵੇ ਦੇ ਕੰਮਾਂ ਦੇ ਨਾਲ ਨਹੀਂ। ਵਰਤ ਰੱਖ ਕੇ ਰੱਬ ਨੂੰ ਖੁਸ਼ ਨਹੀਂ ਕਰ। ਖੀਰ ਕੜਾਵਾਂ ਨੂੰ ਭੋਗ ਲਵਾ ਕੇ, ਪਕੌੜਿਆਂ ਨੂੰ, ਗੁਲਾਬ ਜਾਮੁਨਾਂ ਨੂੰ ਭੋਗ ਲਵਾ ਕੇ ਖੁਸ਼ ਨਹੀਂ ਕਰ ਸਕਦੇ। ਧੂਫਾਂ ਤੇ ਖਾ ਕੇ ਰੱਬ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਰੱਬ ਦੀ ਪ੍ਰਸੰਨਤਾ ਤਾਂ ਰੱਬੀ ਰਜ਼ਾ ਦੇ ਅੰਦਰ ਤੁਰ ਕੇ ਹਾਸਲ ਕੀਤੀ ਜਾ ਸਕਦੀ ਹੈ। ਅਗਲਾ ਬਚਨ ਕਰਦੇ ਨੇ, ਅਵਰ ਉਪਦੇਸੈ ਆਪ ਨਾ ਕਰੈ। ਜਿਹੜਾ ਹੋਰਨਾਂ ਨੂੰ ਤੇ ਮੱਤਾਂ ਦਿੰਦਾ ਹੈ ਪਰ ਆਪ ਕੰਮ ਨਹੀਂ ਕਰਦਾ। ਹੁਣ ਬੰਦੇ ਦੀ ਪ੍ਰੋਬਲਮ ਇਹੀ ਹੈ, ਦੂਜਿਆਂ ਨੂੰ ਮੱਤਾਂ ਦਿੰਦਾ ਹੈ, ਆਪ ਨਹੀਂ ਕਰਦਾ। ਆਵਤ ਜਾਵਤ ਜਨਮੇ ਮਰੇ, ਉਹ ਆਉਂਦਾ ਹੈ, ਜਾਂਦਾ ਹੈ, ਜੰਮਦਾ ਹੈ ਔਰ ਮਰ ਜਾਂਦਾ ਹੈ। ਇਹਦਾ ਮਤਲਬ ਵੀ ਉਹ ਆਇਆ ਤੇ ਚਲਾ ਗਿਆ, ਜੰਮਿਆ ਤੇ ਮਰ ਗਿਆ, ਉਹਦੇ ਜੀਵਨ ਦਾ ਕੋਈ ਫਾਇਦਾ ਨਹੀਂ ਹੈ। ਜਿਹੜਾ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਪਰ ਆਪ ਨਹੀਂ ਕਮਾਉਂਦਾ, ਤਾਂ ਉਹ ਆਉਂਦਾ ਹੈ ਔਰ ਚਲਾ ਜਾਂਦਾ ਹੈ, ਜੰਮਦਾ ਹੈ ਤੇ ਮਰ ਜਾਂਦਾ ਹੈ। ਭਾਵ ਉਹਦੇ ਜੀਵਨ ਦਾ ਕੁਝ ਫਾਇਦਾ ਨਹੀਂ ਹੋਇਆ। ਜੰਮਿਆ ਤੇ ਮਰ ਗਿਆ, ਨਾ ਵੀ ਜੰਮਦਾ ਤਾਂ ਵੀ ਕੰਮ ਚੱਲ ਜਾਣਾ ਸੀ।
ਹੁਣ ਅਵਰ ਉਪਦੇਸੇ ਦਾ ਮਤਲਬ ਕੇਵਲ ਗੱਲ ਪ੍ਰਚਾਰਕਾਂ ਦੀ ਨਹੀਂ ਹੈ। ਪ੍ਰਚਾਰਕ ਤਾਂ ਪਹਿਲੇ ਨੰਬਰ ਤੇ ਹੈ ਹੀ ਹੈ ਨੇ। ਇਸ ਕੈਟੇਗਰੀ ਵਿੱਚ ਮੈਂ ਪਹਿਲੇ ਨੰਬਰ ਤੇ ਆਵਾਂਗਾ ਕਿ ਮੈਂ ਤੁਹਾਨੂੰ ਤੇ ਉਪਦੇਸ਼ ਕਰ ਰਿਹਾ, ਪਰ ਮੈਂ ਆਪ ਇਹਨਾਂ ਗੱਲਾਂ ਦਾ ਧਾਰਨੀ ਨਹੀਂ ਤਾਂ ਮੇਰਾ ਜੀਵਨ ਬੇਕਾਰ ਹੈ। ਮੈਂ ਆਇਆ ਹਾਂ ਤੇ ਮੈਂ ਮਰ ਜਾਣਾ, ਬਸ ਇੰਨਾ ਕੀ ਕੰਮ ਹੈ। ਜੰਮਿਆ ਸੀ ਤੇ ਮਰ ਗਿਆ, ਬੇਕਾਰ ਜ਼ਿੰਦਗੀ। ਤਾਂ ਜੇ ਮੈਂ ਆਪ ਇਹਨਾਂ ਚੀਜ਼ਾਂ ਦਾ ਧਾਰਨੀ ਨਹੀਂ ਤਾਂ ਮੇਰੀ ਜ਼ਿੰਦਗੀ ਬੇਕਾਰ ਹੈ, ਮੇਰੀਆਂ ਇਹ ਗੱਲਾਂ ਬੇਕਾਰ ਨੇ। ਮੇਰੇ ਜੀਵਨ ਵਿੱਚ ਇਹ ਕਥਨੀ ਜਿਹੜੀ ਹੈ ਉਹ ਕਦੇ ਵੀ ਸੁੱਖ ਪੈਦਾ ਨਹੀਂ ਕਰੇਗੀ। ਇਸ ਲਈ ਮੈਨੂੰ ਅੰਦਰੋਂ ਬਾਹਰੋਂ ਇੱਕ ਹੋਣਾ ਚਾਹੀਦਾ ਹੈ। ਔਰ ਇਹ ਗੱਲ ਹਰ ਇੱਕ ਤੇ ਲਾਗੂ ਹੁੰਦੀ ਹੈ। ਮਾਂ ਬਾਪ ਆਪਣੇ ਬੱਚੇ ਨੂੰ ਕਹਿੰਦੇ ਨੇ ਬੇਟਾ ਝੂਠ ਨਹੀਂ ਬੋਲਣਾ, ਸੱਚ ਬੋਲਣਾ ਚਾਹੀਦਾ ਹੈ। ਬੜਾ ਵਧੀਆ ਆਪਣੇ ਬੱਚੇ ਨੂੰ ਉਪਦੇਸ਼ ਕਰ ਰਹੇ ਨੇ। ਲੇਕਿਨ ਕਿਸੇ ਨੇ ਆਣ ਕੇ ਕੁੰਡਾ ਖੜਕਾਇਆ ਤੇ ਕਹਿੰਦੇ ਨੇ ਬਿੱਟੂ ਬੇਟਾ ਜਾ ਉਹਨੂੰ ਅੰਕਲ ਨੂੰ ਕਹੋ ਡੈਡੀ ਘਰ ਹੈ ਨਹੀਂ। ਤੇ ਬਿੱਟੂ ਜਾ ਕੇ ਕਹਿੰਦਾ ਵੀ ਅੰਕਲ ਡੈਡੀ ਘਰ ਹੈ ਨਹੀਂ। ਹੁਣ ਬੱਚਾ ਸੋਚਦਾ ਹੈ ਕਿ ਮੇਰੇ ਮਾਪਿਓ ਮੈਨੂੰ ਤੇ ਕਹਿ ਰਹੇ ਨੇ ਸੱਚ ਬੋਲ ਤੇ ਆਪ ਝੂਠ ਬੋਲ ਰਹੇ ਨੇ। ਮਾਪਿਓ ਦੀ ਵੈਲਿਊ ਕੀ ਬਣ ਗਈ ਬੱਚਿਆਂ ਦੇ ਮਨ 'ਚ? ਤੇ ਫਿਰ ਬੱਚੇ ਨੂੰ ਸਮਝ ਆ ਜਾਂਦੀ ਹੈ ਵੀ ਐਵੇਂ ਵੀ ਕੰਮ ਚੱਲ ਸਕਦਾ। ਡੈਡੀ ਮੰਮੀ ਘਰ ਨੇ ਪਰ ਇਹ ਕਹਿ ਰਹੇ ਨੇ ਮੈਂ ਘਰ ਨਹੀਂ। ਤਾਂ ਬੱਚਾ ਜਾਂਦਾ ਫਿਲਮ ਦੇਖਣ, ਮਾਂ ਪਿਓ ਨੂੰ ਆਣ ਕੇ ਕਹਿੰਦਾ ਮੈਂ ਸਕੂਲ ਗਿਆ ਸੀ। ਤੇ ਵੱਡਾ ਹੋ ਕੇ ਜੇ ਉਹ ਫਿਰ ਅਵਾਰਾ ਹੋ ਜਾਏ ਤੇ ਦੋਸ਼ ਕਿਹਦਾ ਹੈ? ਤਾਂ ਇਹ ਸਾਰੇ ਹਰ ਬੰਦੇ, ਇਸਤਰੀ ਪੁਰਸ਼, ਬੱਚੀ ਬੱਚੇ ਤੇ ਲਾਗੂ ਹੁੰਦੀ ਹੈ ਕਿ ਕੇਵਲ ਗੱਲਾਂ ਕਰਨ ਦੇ ਨਾਲ ਕੁਛ ਨਹੀਂ ਮਿਲਦਾ। ਜੋ ਕੁਝ ਤੁਸੀਂ ਕਹਿ ਰਹੇ ਹੋ ਉਹਦੇ ਤੇ ਅਮਲ ਵੀ ਕਰਨਾ ਹੋਵੇਗਾ। ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਉਹ ਆਉਂਦਾ ਹੈ, ਜੰਮਦਾ ਹੈ ਤੇ ਮਰ ਜਾਂਦਾ ਹੈ। ਉਹਦੀ ਜ਼ਿੰਦਗੀ ਬੇਕਾਰ ਔਰ ਵਿਅਰਥ ਹੈ ਜੋ ਕਥਨੀ ਔਰ ਕਰਨੀ ਦਾ ਪੂਰਾ ਨਹੀਂ ਹੈ। ਜਿਸ ਕੇ ਅੰਤਰ ਵਸੈ ਨਿਰੰਕਾਰ, ਜਿਹਦੇ ਮਨ ਵਿੱਚ ਨਿਰੰਕਾਰ ਵਸਦਾ ਹੈ, ਯਾਨੀ ਜਿਹਦੇ ਮਨ ਅੰਦਰ ਰੱਬ ਦੇ ਗੁਣ ਵਸਦੇ ਨੇ। ਨਿਰੰਕਾਰ ਤੇ ਹਰ ਥਾਂ ਤੇ ਹੈ ਨਾ। ਮਨ ਦਾ ਮਤਲਬ ਮੈਂਟੈਲਿਟੀ। ਨਿਰੰਕਾਰ ਦੇ ਗੁਣ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਨਿਰਭੈਤਾ, ਨਿਰਵੈਰਤਾ, ਜਿਹਦੇ ਮਨ ਦੇ ਅੰਦਰ ਇਹ ਗੁਣ ਵਸਦੇ ਨੇ। ਔਰ ਜਿਹੜਾ ਇਹਨਾਂ ਗੁਣਾਂ ਦਾ ਧਾਰ ਨਹੀਂ ਹੈ, ਤਿਸ ਕੀ ਸੀਖ ਤਰੈ ਸੰਸਾਰ। ਉਹਦੀ ਸਿੱਖਿਆ ਨਾਲ ਸੰਸਾਰ ਦਾ ਹਰੇਕ ਜੀਵ ਤਰ ਸਕਦਾ ਹੈ, ਬਚ ਸਕਦਾ ਹੈ, ਕਿਉਂਕਿ ਉਹ ਬੰਦਾ ਆਈਡੀਅਲ ਪਰਸਨ ਹੈ। ਉਹ ਸੋਚ ਵੀ ਰਿਹਾ ਹੈ, ਬੋਲ ਵੀ ਰਿਹਾ ਹੈ ਤੇ ਕਰ ਵੀ ਉਹ ਹੀ ਰਿਹਾ ਹੈ। ਮਨ, ਬਚਨ, ਕਰਮ ਕਰਕੇ ਗੁਣਾਂ ਦਾ ਧਾਰ ਨਹੀਂ ਹੈ। ਉਹਦੀ ਸਿੱਖਿਆ ਦੇ ਨਾਲ ਕੋਈ ਤਰ ਸਕਦਾ ਹੈ। ਜਿਵੇਂ ਮਾਂ-ਬਾਪ ਬੱਚੇ ਨੂੰ ਝੂਠ ਸਿਖਾਉਂਦੇ ਨੇ ਤੇ ਨਾਲ ਕਹਿਣ ਵੀ ਤੂੰ ਸੱਚ ਬੋਲ ਤੇ ਆਪ ਝੂਠ ਬੋਲਣ, ਤਾਂ ਉਹਨਾਂ ਦੀ ਸੀਖ ਨਾਲ ਨਹੀਂ ਤਰੇਗਾ, ਕਿਉਂਕਿ ਬੱਚਾ ਵੇਖ ਰਿਹਾ ਹੈ ਕਿ ਮਾਂ-ਬਾਪ ਝੂਠ ਬੋਲਦੇ ਨੇ। ਬੱਚਿਆਂ ਨੂੰ ਮਾਂ-ਬਾਪ ਕਹਿੰਦੇ ਨੇ ਬੇਟੇ ਪਿਆਰ ਨਾਲ ਰਹੀਦਾ ਹੈ, ਲੇਕਿਨ ਆਪ ਉਹਨਾਂ ਦੇ ਵੇਲਣੇ ਚੱਕਲੇ ਚੱਲਦੇ ਰਹਿੰਦੇ ਨੇ। ਤਾਂ ਉਹਨਾਂ ਦੀ ਸਿੱਖਿਆ ਦੇ ਨਾਲ ਬੱਚੇ ਚੰਗੇ ਨਹੀਂ ਬਣਨਗੇ, ਕਿਉਂਕਿ ਬੱਚੇ ਦੇਖ ਰਹੇ ਨੇ ਨਾ। ਮੈਂ ਤੁਹਾਨੂੰ ਕਹਿ ਰਿਹਾ ਕਿ ਪਿਆਰ, ਲੇਕਿਨ ਅਸੀਂ ਦੋ ਪ੍ਰਚਾਰਕ ਲੜ ਰਹੇ ਹਾਂ ਤਾਂ ਸਾਡੀ ਸਿੱਖਿਆ ਦਾ ਤੁਹਾਡੇ ਉੱਤੇ ਅਸਰ ਨਹੀਂ ਪਵੇਗਾ। ਉਹਦੀ ਸਿੱਖਿਆ ਦਾ ਅਸਰ ਪਵੇਗਾ ਜੋ ਆਪ ਇਹਨਾਂ ਗੁਣਾਂ ਦਾ ਧਾਰ ਨਹੀਂ ਹੈ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ। ਜੋ ਤੁਮ ਭਾਨੇ ਦਾ ਮਤਲਬ ਜੋ ਤੈਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਉਹਨਾਂ ਨੇ ਪ੍ਰਭੂ ਨੂੰ ਜਾਣ ਲਿਆ ਹੈ। ਜਾਤਾ ਦਾ ਮਤਲਬ ਜਾਣ ਲਿਆ। ਜੋ ਤੈਨੂੰ ਪਿਆਰੇ ਲੱਗਦੇ ਨੇ ਉਹਨਾਂ ਨੇ ਤੈਨੂੰ ਅਸਲ ਦੇ ਵਿੱਚ ਪਛਾਣਿਆ ਹੈ। ਤੇ ਰੱਬ ਨੂੰ ਪਿਆਰੇ ਕੌਣ ਲੱਗਦੇ ਨੇ? ਜਿਹੜੇ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ। ਮੀਨਸ ਕਿ ਜੋ ਤੇਰੇ ਭਾਣੇ ਦੇ ਅੰਦਰ ਤੁਰਦੇ ਨੇ, ਜੋ ਤੁਮ ਭਾਨੇ, ਜੋ ਤੇਰੇ ਭਾਣੇ ਵਿੱਚ ਤੁਰਦੇ ਨੇ। ਤਿੰਨ ਪ੍ਰਭ ਜਾਤਾ, ਅਸਲ ਦੇ ਅੰਦਰ ਉਹਨਾਂ ਨੇ ਰੱਬ ਨੂੰ ਜਾਣਿਆ ਹੈ। ਉਹਨਾਂ ਨੇ ਰੱਬ ਦੀ ਮਹਾਨਤਾ ਨੂੰ ਸਮਝਿਆ। ਰੱਬ ਦੀ ਮਹਾਨਤਾ ਹੀ ਉਹਦੇ ਮਨ ਵਿੱਚ ਹੈ ਜੋ ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਂਦਾ ਹੈ। ਨਾਨਕ ਉਨ ਜਨ ਚਰਨ ਪਰਾਤਾ। ਪਰਾਤਾ ਦਾ ਮਤਲਬ ਪੈਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਪਿਆਰਿਆਂ ਦੇ ਚਰਨਾਂ ਤੇ ਪੈਂਦਾ ਹਾਂ, ਚਰਨਾਂ ਤੇ ਪੈਂਦਾ ਹਾਂ। ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਜੋ ਰੱਬ ਦੀ ਰਜ਼ਾ ਮੁਤਾਬਕ ਚੱਲੇ ਨੇ ਤੇ ਜਿਨ੍ਹਾਂ ਨੇ ਰੱਬ ਨੂੰ ਕਣ ਕਣ ਦੇ ਅੰਦਰ ਵਸਦਿਆਂ ਹੋਇਆ ਜਾਣ ਲਿਆ ਹੈ। ਹੁਣ ਪ੍ਰੋਬਲਮ ਇਹ ਹੈ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ। ਮੈਂ ਬੇਨਤੀਆਂ ਕਰਨਾ, ਅਰਦਾਸਾਂ ਕਰਦਾ ਹਾਂ ਕਿ ਰੱਬਾ ਮੈਨੂੰ ਸੁੱਖ ਦੇ, ਮੈਨੂੰ ਸ਼ਾਂਤੀ ਦੇ,
ਪਾਰ ਬ੍ਰਹਮ ਸਭ ਜਾਣੈ, ਪਰ ਪਾਰ ਬ੍ਰਹਮ ਸਾਰਾ ਕੁਝ ਜਾਣਦਾ ਹੈ। ਮੇਰੇ ਦੁੱਖਾਂ ਦਾ ਕਾਰਨ ਕਿ ਮੰਗ ਤੇ ਸੁੱਖ ਰਿਹਾ ਹੈ, ਕਹਿ ਰਿਹਾ ਹੈ ਕਿ ਰੱਬਾ ਮੇਰਾ ਲੀਵਰ ਠੀਕ ਕਰ, ਤੇ ਬੋਤਲ ਸ਼ਰਾਬ ਦੀ ਲਈ ਬੈਠਾ। ਸ਼ਰਾਬ ਪੀ ਪੀ ਕੇ ਲੀਵਰ ਖਰਾਬ ਹੋਇਆ ਹੈ। ਅਰਦਾਸ ਕਰ ਰਿਹਾ ਹੈ, ਰੱਬਾ ਮੇਰਾ ਲੀਵਰ ਠੀਕ ਕਰ, ਤੇ ਪੀ ਰਿਹਾ ਸ਼ਰਾਬ। ਰੱਬ ਜਾਣਦਾ ਨਾ ਕਿ ਸਿਸਟਮ ਦੇ ਅੰਦਰ ਰਹਿਣਾ ਠੀਕ ਹੋਣਾ ਸੀ ਨਾ। ਸਾਡਾ ਇੱਕ ਰਿਸ਼ਤੇਦਾਰ ਹੈ, ਤੇ ਉਹਨੂੰ ਵਿਖਾਇਆ ਹਸਪਤਾਲ ਤੇ ਡਾਕਟਰਾਂ ਨੇ ਕਿਹਾ ਵੀ ਤੂੰ ਸ਼ਰਾਬ ਛੱਡ ਦੇ ਤੇ ਤੂੰ ਠੀਕ ਹੋ ਸਕਦਾ। ਤੇ ਜਦੋਂ ਬਾਹਰ ਆਇਆ ਤੇ ਮੈਂ ਪੁੱਛਿਆ, ਮੈਂ ਕਿਹਾ ਵੀ ਹਾਂ ਕੀ ਕਿਹਾ ਡਾਕਟਰਾਂ ਨੇ? ਕਹਿੰਦਾ ਇਹ ਡਾਕਟਰ ਬੇਵਕੂਫ ਨੇ, ਇਹਨਾਂ ਨੂੰ ਕੱਖ ਨਹੀਂ ਪਤਾ, ਇਹ ਨਹੀਂ ਮੈਨੂੰ ਠੀਕ ਕਰ ਸਕਦੇ, ਮੈਨੂੰ ਕਿਸੇ ਹੋਰ ਡਾਕਟਰ ਕੋਲ ਲੈ ਕੇ ਚੱਲੋ। ਮੈਂ ਕਿਹਾ ਕਿਆ ਕੀ? ਕਹਿੰਦਾ ਉਹ ਕਹਿੰਦੇ ਸਨ ਵੀ ਜੇ ਸ਼ਰਾਬ ਪੀਣਾ ਤੇ ਸਾਡੇ ਕੋਲ ਦੁਬਾਰਾ ਨਾਮ ਹੀ ਇਹਨਾਂ ਨੂੰ ਆਂਦਾ ਕੱਖ। ਯਾਨੀ ਡਾਕਟਰਾਂ ਨੂੰ ਨਹੀਂ ਪਤਾ ਸ਼ਰਾਬ ਨਹੀਂ ਛੱਡਣੀ। ਤਾਂ ਗੱਲ ਤਾਂ ਇਹ ਹੈ ਕਿ ਪਾਰ ਬ੍ਰਹਮ ਤੇ ਜਾਣਦਾ ਹੈ ਨਾ ਵੀ ਇਹਦਾ ਪ੍ਰੋਬਲਮ ਕੀ। ਹੁਣ ਰੱਬ ਨੂੰ ਪਤਾ ਹੈ ਮੇਰੀ ਪ੍ਰੋਬਲਮ ਦਾ, ਵੀ ਪ੍ਰੋਬਲਮ ਤੇ ਝੂਠਾਂ ਦੀ ਹੈ। ਪ੍ਰੋਬਲਮ ਤਾਂ ਈਰਖਾ ਦੀ ਹੈ, ਦ્વੈਸ਼ ਦੀ ਹੈ, ਵੈਰ ਵਿਰੋਧ ਦੀ ਹੈ, ਤੇ ਮੈਂ ਸੁੱਖਾਂ ਵਾਸਤੇ ਅਰਦਾਸ ਕਰ ਰਿਹਾ। ਤਾਂ ਸੁੱਖ ਕਿਵੇਂ ਹੋਣਗੇ? ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ। ਆਪਣਾ ਕੀਆ ਦਾ ਮਤਲਬ ਆਪਣੇ ਪੈਦਾ ਕੀਤੇ ਹੋਏ ਨੂੰ, ਮਾਨੈ ਦਾ ਮਤਲਬ ਮਾਣ ਦਿੰਦਾ ਹੈ। ਰੱਬ ਆਪਣੇ ਪੈਦਾ ਕੀਤੇ ਹੋਏ ਜੀਵਾਂ ਨੂੰ ਆਪ ਮਾਣ ਦਿੰਦਾ ਹੈ। ਦੇਖੋ ਸਾਡੇ ਬੱਚੇ ਨੇ ਨਾ, ਅਸੀਂ ਬੱਚਿਆਂ ਨੂੰ ਕਿੰਨਾ ਮਾਣ ਦਿੰਦੇ ਆ, ਪਿਆਰ ਦਿੰਦੇ ਆ। ਹਰ ਮਾਂ-ਬਾਪ ਆਪਣੀ ਜ਼ਿੰਦਗੀ ਬੱਚਿਆਂ ਵਾਸਤੇ ਲਾ ਦਿੰਦਾ ਕਿ ਬੱਚੇ ਸੁਖੀ ਔਰ ਸ਼ਾਂਤ ਰਹਿਣ। ਤੇ ਰੱਬ ਵੀ ਤੇ ਸਾਡਾ ਮਾਂ-ਬਾਪ ਹੈ ਨਾ। ਪਰ ਜੇ ਬੱਚੇ ਹੀ ਮਾਂ-ਬਾਪ ਦੀ ਗੱਲ ਨਾ ਮੰਨਣ ਤਾਂ ਉਹਦੇ ਵਿੱਚ ਮਾਂ-ਬਾਪ ਦਾ ਤੇ ਕੋਈ ਦੋਸ਼ ਨਹੀਂ। ਕੋਈ ਮਾਂ-ਬਾਪ ਆਪਣੇ ਬੱਚਿਆਂ ਨੂੰ ਬੁਰਾ ਨਹੀਂ ਬਣਾਉਣਾ ਚਾਹੁੰਦਾ। ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ, ਚੰਗੀ ਸਿੱਖਿਆ ਦੇਣੀ ਚਾਹੁੰਦਾ ਹੈ। ਹਰ ਮਾਂ-ਬਾਪ ਨਾ ਇਹ ਕਹਿੰਦਾ ਕਿ ਬੇਟੇ ਮੇਰੀ ਜ਼ਿੰਦਗੀ ਵਿੱਚ ਇਹ ਗਲਤੀਆਂ ਸਨ, ਤੁਸੀਂ ਇਹ ਗਲਤੀਆਂ ਨਾ ਕਰਿਆ ਜੇ, ਮੈਂ ਇਹਨਾਂ ਗਲਤੀਆਂ ਦਾ ਖਮਿਆਜਾ ਭੁਗਤਿਆ, ਤੁਸੀਂ ਨਾ ਕਰਿਓ। ਮਾਂ-ਬਾਪ ਆਪਣੀਆਂ ਗਲਤੀਆਂ ਵੀ ਮੰਨ, ਤੇ ਰੱਬ ਤੇ ਆਪਣੇ ਪਿਆਰਿਆਂ ਨੂੰ ਮਾਣ ਦੇਵੇਗਾ, ਆਪਣੇ ਬੱਚਿਆਂ ਨੂੰ, ਆਪਣੇ ਪਿਆਰਿਆਂ ਨੂੰ, ਆਪਣੇ ਪੈਦਾ ਕੀਤਿਆਂ ਨੂੰ। ਤੇ ਜੇ ਪੈਦਾ ਕੀਤੇ ਹੀ ਨਾ ਮੰਨਣ, ਦੇਖੋ ਇੰਨੀਆਂ ਸੁਜੈਸ਼ਨਸ, ਇੰਨੇ ਰਾਸਤੇ, ਇੰਨੇ ਉਪਦੇਸ਼, ਇੰਨਾ ਸੌਖਾ ਰਾਸਤਾ ਗੁਰੂ ਜੀ ਸਾਨੂੰ ਜ਼ਿੰਦਗੀ ਜੀਣ ਦਾ ਦੱਸ ਰਹੇ ਨੇ। ਜੇ ਸੁਖਮਨੀ ਸਾਹਿਬ ਜੀ ਦੀ ਕਿਸੇ ਇੱਕ ਅਮਲ ਕਰ ਲਵੀ ਤਾਂ ਸਾਡੀ ਜ਼ਿੰਦਗੀ ਸੁਖੀ ਹੋ ਸਕਦੀ ਹੈ। ਕਿਉਂ ਭੈਣੋ ਵੀਰੋ? ਹੋ ਸਕਦੀ ਹੈ ਨਾ? ਸਿਰ ਲਾ ਕੇ ਦੱਸ ਤੋ ਹਾਂ ਜਾਂ ਨਾ। ਹੋ ਸਕਦੀ ਹੈ ਨਾ? ਤੇ ਜੇ ਇਹਦੇ ਚੋਂ ਅਸੀਂ ਇੱਕ ਵੀ ਪੰਕਤੀ ਤੇ ਅਮਲ ਨਾ ਕਰੀਏ ਤੇ ਪ੍ਰੋਬਲਮ ਕਿਹਦੀ ਹੈ? ਪ੍ਰੋਬਲਮ ਤਾਂ ਸਾਡੀ ਹੈ। ਆਪੇ ਆਪ ਕਰਤ ਨਵੇਰਾ, ਪ੍ਰਭੂ ਆਪ ਹੀ ਜੀਵਾਂ ਦੇ ਕਰਮਾਂ ਦਾ ਨਿਬੇੜਾ। ਤੇ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਆਪ ਹੀ ਨਿਬੇੜਾ ਕਰੀ ਜਾਂਦਾ। ਸਿਸਟਮ ਹੈ ਨਾ, ਲਿਖਨਾਵੇਂ ਧਰਮ ਬਹਾਲਿਆ। ਧਰਮ ਦਾ ਮਤਲਬ ਸਿਸਟਮ, ਹੁਕਮ। ਹੁਕਮ ਦੇ ਅੰਦਰ ਨਿਬੇੜਾ ਹੋਈ ਜਾਂਦਾ। ਨਾਲ ਦੇ ਨਾਲ ਜੇ ਕਣਕ ਬੀਜ ਦੇ ਉੱਤੇ ਕਣਕ ਪੈਦਾ ਹੋ ਜਾਂਦੀ ਹੈ, ਛੋਲੇ ਬੀਜ ਦੇ ਉੱਤੇ ਛੋਲੇ। ਕਿੱਕਰਾਂ ਦੇ ਬੀਜ ਬੀਜੋਗੇ, ਕਿੱਕਰ ਉਗ ਜਾਣਗੇ। ਅੰਗੂਰ ਬੀਜੋਗੇ, ਅੰਗੂਰ ਉਗ ਜਾਣਗੇ। ਲੇਕਿਨ ਕਿੱਕਰ ਬੀਜ ਕੇ ਕਿੱਕਰਾਂ ਨੂੰ ਅੰਗੂਰ ਨਹੀਂ ਲੱਗਣੇ। ਨਿਬੇੜਾ ਨਾਲ ਦੇ ਨਾਲ ਹੀ ਹੋਈ ਜਾਂਦਾ ਹੈ। ਜੇ ਤੁਸੀਂ ਅੰਦਰ ਚੰਗਾ ਸੋਚ ਰਹੇ ਹੋ, ਪੋਜ਼ਿਟਿਵ, ਤਾਂ ਤੁਸੀਂ ਖੁਸ਼ ਹੋ। ਤੇ ਜੇ ਨੈਗੇਟਿਵ ਸੋਚਣ ਲੱਗ ਜਾਂਦੇ ਹੋ, ਨਾਲ ਦੇ ਨਾਲ ਤੁਸੀਂ ਡਿਪਰੈਸ਼ਨ ਚਲੇ ਜਾਂਦੇ ਹੋ। ਨਿਬੇੜਾ ਹੋ ਰਿਹਾ ਨਾ, ਨਾਲ ਦੇ ਨਾਲ ਹੋ ਜਾ ਰਿਹਾ। ਕਿਸੇ ਦੂਰ ਜਨਾਵਤ, ਕਿਸੇ ਬੁਝਾਵਤ ਨੇਰਾ। ਕਿਸੇ ਨੂੰ ਬੁੱਧ ਬਖਸ਼ਦਾ ਹੈ ਪ੍ਰਭੂ ਸਾਡੇ ਨੇੜੇ ਹੈ, ਤੇ ਕਿਸੇ ਨੂੰ ਬੁੱਧ ਬਖਸ਼ਦਾ ਹੈ ਕਿ ਦੂਰ ਹੈ। ਯਾਨੀ ਕੋਈ ਰੱਬ ਨੂੰ ਨੇੜੇ ਸਮਝ ਲੈਂਦਾ, ਕੋਈ ਦੂਰ ਸਮਝ ਲੈਂਦਾ। ਇਹ ਬੰਦੇ ਦੀ ਆਪਣੀ ਪ੍ਰੋਬਲਮ ਹੈ। ਕੋਈ ਕਹਿ ਰਿਹਾ ਜੀ ਉੱਤੇ ਸਵਰਗ ਵਿੱਚ ਬੈਠਾ ਹੈ, ਜੰਨਤ ਵਿੱਚ ਬੈਠਾ ਹੈ, ਉੱਤੇ ਕਿਤੇ ਵੱਖਰੇ ਸੱਚਖੰਡ ਵਿੱਚ ਬੈਠਾ ਹੋਇਆ ਹੈ। ਲੇਕਿਨ ਦੂਜਾ ਬੰਦਾ ਕਹਿੰਦਾ ਨਹੀਂ ਯਾਰ, ਜਰਰੇ ਜਰਰੇ ਅੰਦਰ ਸਮਾਇਆ ਹੋਇਆ। ਮੇਰਾ ਗੁਰੂ ਕਹਿ ਰਿਹਾ ਹੈ ਘਟ ਘਟ ਮੈਂ ਹਰ ਜੂ ਵਸੈ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਹੋਣਾ। ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ। ਇਹ ਸਾਰਾ ਸੰਸਾਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਰਤੀ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ। ਹਵਾ ਪੌਣ ਪਾਣੀ ਗਾਉਂਦੇ ਹੋਏ ਪ੍ਰਤੀਤ ਹੋ ਰਹੇ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਦੋ ਅੱਖਾਂ ਨਾਲ ਗਹੋ ਨਾਲ ਵੇਖਦਾ, ਹੋਰ ਕੁਛ ਦਿਸਦਾ ਹੀ ਨਹੀਂ। ਦੋਏ ਦੋਏ ਲੋਚਨ ਪੇਖਾਂ ਹੋ, ਹਰ ਬਿਨ ਔਰ ਨਾ ਦੇਖਾਂ। ਉਪਾਵ ਸਿਆਣਪ ਸਗਲ ਤੇ ਰਹਿਤ। ਉਪਾਵ ਦਾ ਮਤਲਬ ਹੈ ਹੀਲੇ। ਸਿਆਣਪ ਦਾ ਮਤਲਬ ਇੱਥੇ ਹੈ ਚਤੁਰਾਈਆਂ। ਜਿੰਨੇ ਵੀ ਚਤੁਰਾਈਆਂ ਦੇ ਹੀਲੇ ਵਸੀਲੇ ਨੇ, ਉਹਨਾਂ ਸਾਰਿਆਂ ਤੋਂ ਰੱਬ ਦੂਰ ਹੈ। ਉਹਨਾਂ ਨਾਲ ਖੁਸ਼ ਨਹੀਂ ਹੁੰਦਾ, ਚਤੁਰਾਈਆਂ ਨਾਲ ਨਹੀਂ। ਚਤੁਰਾਈਆਂ ਦੇ ਨਾਲ ਖੁਸ਼ ਨਹੀਂ ਵੀ ਤੀਰਥ ਤੇ ਨਹਾ ਕੇ ਤੇ ਨਾਲ ਠੱਗੀਆਂ ਮਾਰੀ ਜਾਓ।
ਚਤੁਰਾਈਆਂ ਦੇ ਨਾਲ ਖੁਸ਼ ਨਹੀਂ ਕਿ ਮੈਂ 21 ਜਪਜੀ ਸਾਹਿਬ ਦੇ ਪਾਠ ਕਰ ਦਿਆਂਗਾ ਤੇ ਮੈਂ ਮੁਕੱਦਮਾ ਜਿੱਤ ਜਾਵਾਂ, ਤੇ ਮੁਕੱਦਮਾ ਕੀਤਾ ਹੈ ਭਰਾ ਦੀ ਜਾਇਦਾਦ ਤੇ। ਚਲਾਕੀਆਂ ਨਹੀਂ। ਸਭ ਕੁਝ ਜਾਣੇ ਆਤਮ ਕੀ ਰਹਿਤ, ਉਹ ਆਤਮਕ ਰਹਿਣੀ ਦੀ ਹਰ ਗੱਲ ਜਾਣਦਾ ਹੈ। ਆਤਮ ਕੀ ਰਹਿਤ ਦਾ ਮਤਲਬ ਜੋ ਤੁਸੀਂ ਅੰਦਰ ਸੋਚ ਰਹੇ ਹੋ, ਤੁਹਾਡੀ ਮੈਂਟੈਲਿਟੀ, ਮੇਰੀ ਮੈਂਟੈਲਿਟੀ। ਰੱਬ ਮਾਨਸਿਕਤਾ ਨੂੰ ਜਾਣਦਾ ਹੈ, ਸੋਚ ਨੂੰ ਜਾਣਦਾ ਹੈ। ਜਿਸ ਭਾਵੈ ਤਿਸ ਲੈ ਲੜ ਲਾਏ। ਜਿਸ ਭਾਵੈ ਦਾ ਮਤਲਬ ਜਿਹਨੂੰ ਰੱਬ ਪਿਆਰਾ ਲੱਗਦਾ ਹੈ, ਜਿਹਨੂੰ ਰੱਬ ਦਾ ਭਾਣਾ ਭਾ ਜਾਂਦਾ ਹੈ, ਤਿਸ ਲੈ ਲੜ ਲਾਏ, ਉਹਨੂੰ ਆਪਣੇ ਲੜ ਲਾ ਲੈਂਦਾ ਹੈ, ਉਹਨੂੰ ਆਪਣੇ ਪੱਲੇ ਲਾ ਲੈਂਦਾ ਹੈ। ਥਾਂ ਥਨੰਤਰ ਰਿਹਾ ਸਮਾਏ, ਉਹ ਥਾਵਾਂ ਦੇ ਵਿੱਚ ਹਰ ਥਾਂ ਦੇ ਉੱਤੇ ਮੌਜੂਦ ਹੈ, ਤੇ ਜੋ ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਂਦਾ ਹੈ ਉਹਨੂੰ ਹਰ ਥਾਂ ਦੇ ਉੱਤੇ ਵਿਆਪਕ ਪ੍ਰਭੂ ਦਿਸਦਾ ਹੈ। ਸੋ ਸੇਵਕ ਜਿਸ ਕਿਰਪਾ ਕਰੀ। ਗੁਰੂ ਜੀ ਕਹਿੰਦੇ ਨੇ ਅਸਲ ਦੇ ਅੰਦਰ ਉਹੀ ਸੇਵਕ ਹੈ ਜਿਹਦੇ ਉੱਤੇ ਰੱਬ ਨੇ ਮਿਹਰ ਕੀਤੀ ਹੈ। ਭਾਵ ਜੋ ਰੱਬ ਦੀ ਮਿਹਰ ਦਾ ਪਾਤਰ ਬਣਿਆ ਹੈ, ਜੋ ਰੱਬ ਦੀ ਰਜ਼ਾ ਦੇ ਅੰਦਰ ਤੁਰਿਆ ਹੈ। ਨਿਮਕ ਨਿਮਕ ਜਪ ਨਾਨਕ ਹਰੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪਿਆਰਿਆ, ਹਰ ਪਲ ਅੱਖ ਦੇ ਝਮੱਕੇ ਜਿੰਨੇ ਸਮੇਂ, ਜਿੰਨਾ ਸਮਾਂ ਵੀ ਉਹਨੂੰ ਵਿਸਾਰ ਨਾ, ਯਾਦ ਰੱਖ ਉਹਦੇ ਗੁਣਾਂ ਨੂੰ। ਜਪ ਦਾ ਮਤਲਬ ਜਾਣ, ਸਮਝ, ਵੇਖ। ਹਰ ਪਲ ਹਰ ਥਾਂ ਤੇ ਉਹਦੇ ਹੁਕਮ ਨੂੰ ਵਰਤਦਾ ਹੋਇਆ ਵੇਖ। ਹਰ ਥਾਂ ਤੇ ਹਰ ਪਲ ਉਹਦੇ ਗੁਣਾਂ ਦਾ ਧਾਰ ਨਹੀਂ ਹੋ। ਹਰ ਥਾਂ ਤੇ ਹਰ ਪਲ ਉਹਨੂੰ ਵਸਦਾ ਹੋਇਆ ਵੇਖ। ਹਰ ਇੱਕ ਦੇ ਅੰਦਰ ਵੇਖ ਔਰ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਕਰ। ਹਰ ਪਲ ਰੱਬੀ ਰਜ਼ਾ ਦੇ ਅੰਦਰ ਤੁਰ, ਫਿਰ ਤੇਰੀ ਇਹ ਜ਼ਿੰਦਗੀ ਸਫਲ ਹੈ, ਫਿਰ ਤੇਰਾ ਇਹ ਜੀਵਨ ਸੁਚੱਜਾ ਹੋ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਇਹ ਸੁੱਖਾਂ ਦੇ ਰਾਜ ਨੇ। ਜੇ ਅਸੀਂ ਇਹਨਾਂ ਗੁਣਾਂ ਨੂੰ ਅਪਣਾ ਲਈਏ ਤਾਂ ਸਾਡੀ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਸਕਦੀ ਹੈ। ਇਸੇ ਨੂੰ ਕਹਿੰਦੇ ਨੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਯਾਨੀ ਜੋ ਰੱਬ ਦਾ ਹੁਕਮ ਹੈ ਉਹ ਸੁਖ ਦੇਣ ਵਾਲੀ ਮਣੀ ਹੈ। ਉਹ ਜਿਹੜਾ ਹੈ ਸੁਖ ਦੇਣ ਵਾਲੀ ਮਣੀ ਹੈ। ਕਿਹੜੀ? ਰੱਬ ਦਾ ਹੁਕਮ। ਤੇ ਜਿਹੜਾ ਰੱਬ ਦਾ ਹੁਕਮ ਹੈ ਉਹ ਜ਼ਿੰਦਗੀ ਦੇ ਅੰਦਰ ਸੁਖ ਔਰ ਸ਼ਾਂਤੀ ਪੈਦਾ ਕਰ ਸਕਦਾ ਹੈ, ਹੋਰ ਕੋਈ ਨਹੀਂ। ਤਾਂ ਗੁਰੂ ਪਾਤਸ਼ਾਹ ਦੀ ਰਹਿਮਤ ਔਰ ਬਖਸ਼ਿਸ਼ ਕਰਨ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਸਮਝੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਜਿਸ ਕਰਕੇ ਸਾਡਾ ਆਪਣਾ ਜੀਵਨ, ਪਰਿਵਾਰ ਔਰ ਸਮਾਜ ਸੁਖੀ ਔਰ ਸ਼ਾਂਤ ਹੋ ਜਾਏ ਤੇ ਇਹ ਜੀਵਨ ਸਵਰਗ ਬਣ ਜਾਏ। ਤਾਂ ਜੇ ਅੱਜ ਦੇ ਜੋ ਆਪਾਂ ਵਿਚਾਰ ਕੀਤੀ ਹੈ, ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਏ ਤਾਂ ਉਹ ਆਪਣਾ ਸਵਾਲ ਕਰ ਸਕਦਾ ਹੈ। ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ, ਆਪਣੇ ਵਿਊਜ਼ ਦੇ ਸਕਦੇ ਨੇ। ਤੇ ਜੋ ਫੇਸਬੁੱਕ ਦੇ ਉੱਤੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ ਉਹਨਾਂ ਦਾ ਵੀ, ਔਰ ਕਲਾਸ ਵਾਲੇ ਵੀਰਾਂ ਭੈਣਾਂ ਦਾ ਵੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗਿਆਨੀ ਜੀ। ਤੇ ਸਾਰਿਆਂ ਨੂੰ ਬੇਨਤੀ ਹੈ ਜੀ, ਤੇ ਆਪ ਜੀ ਨੇ ਜੇ ਕੋਈ ਅੱਜ ਦੇ ਕਥਾ ਜਿਹੜੀ ਸੁਣੀ ਹੈ ਉਹਦੇ ਵਿੱਚੋਂ ਕੋਈ ਆਪਣੇ ਵਿਚਾਰ ਦੇਣੇ ਜਾਂ ਕੋਈ ਸਵਾਲ ਕਰਨਾ, ਅਨਮਿਊਟ ਹੋ ਕੇ ਤੁਸੀਂ ਸਵਾਲ ਕਰ ਸਕਦੇ ਆ। ਤੇ ਸਾਡੇ ਨਾਲ ਸੁਰਿੰਦਰ ਕੌਰ ਜੀ ਅਨਮਿਊਟ ਹੋਏ ਆ। ਮੈਂ ਹੋਰਨਾਂ ਨੂੰ ਵੀ ਬੇਨਤੀ ਕਰਦਾ ਜੀ, ਫਿਰ ਲਾਸਟ ਮਿੰਟ ਤੇ ਨਾ ਰੱਖਿਆ ਕਰਿਓ ਤੇ ਨਾਲੇ ਨਾਲ ਅਨਮਿਊਟ ਹੋ ਜਾਇਆ ਕਰੋ। ਹਾਂਜੀ ਸੁਰਿੰਦਰ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ। ਫਤਿਹ ਮੇਰੀ ਭੈਣ ਜੀ। ਹਾਂਜੀ, ਇਹਦਾ ਦੱਸਿਓ ਜੀ ਮੀਨਿੰਗ। ਉਪਾਵ ਸਿਆਣਪ ਸਗਲ ਤੇ ਰਹਿਤ। ਉਪਾਵ ਦਾ ਮਤਲਬ ਹੀਲੇ, ਵਸੀਲੇ, ਉਦਮ। ਤੇ ਸਿਆਣਪ ਦਾ ਮਤਲਬ ਚਤੁਰਾਈਆਂ। ਚਤੁਰਾਈਆਂ ਤੇ ਜਿਹੜੀਆਂ ਚਤੁਰਾਈਆਂ ਵਾਲੇ ਹੀਲੇ ਵਸੀਲੇ ਨੇ ਉਹਨਾਂ ਤੋਂ ਰੱਬ ਅਲੱਗ ਹੈਗਾ। ਚਤੁਰਾਈਆਂ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਸਿਆਣਪ ਦਾ ਮਤਲਬ ਸਿਆਣਪ ਦਾ ਮਤਲਬ ਚਲਾਕੀਆਂ, ਚਤੁਰਾਈਆਂ। ਅੱਛਾ ਜੀ। ਉਪਾਵ ਦਾ ਮਤਲਬ ਜਿੰਨੇ ਵੀ ਵਸੀਲੇ ਨੇ, ਹੀਲੇ ਨੇ। ਔਰ ਇੱਥੇ ਸਿਆਣਪ ਦਾ ਅਰਥ ਹੈਗਾ ਚਤੁਰਾਈਆਂ, ਚਲਾਕੀਆਂ। ਕਿ ਜੇ ਅਸੀਂ ਚਲਾਕੀਆਂ ਦੇ ਹੀਲੇ ਵਸੀਲੇ ਕਰੀਏ ਕਿ ਬਾਹਰੋਂ ਅਸੀਂ ਧਾਰਮਿਕ ਬਣੇ ਰਹੀਏ, ਅੰਦਰ ਸਾਡੇ ਬੇਈਮਾਨੀ ਹੋਵੇ, ਤਾਂ ਉਹਨਾਂ ਨਾਲ ਰੱਬ ਨਹੀਂ ਮਿਲਦਾ। ਠੀਕ ਹੈ ਜੀ ਸੁਰਿੰਦਰ ਕੌਰ ਜੀ। ਹੋਰ ਤਾਂ ਨਹੀਂ ਕੋਈ ਕੁਐਸਚਨ? ਉਹਨਾਂ ਨਾਲ ਕੀ ਹੁੰਦਾ ਜੀ? ਉਹਨਾਂ ਨਾਲ ਸਾਨੂੰ ਰੱਬ ਨਹੀਂ ਮਿਲਦਾ। ਉਹਨਾਂ ਨਾਲ ਕੀ ਹੁੰਦਾ ਗਿਆਨੀ ਜੀ? ਉਹਨਾਂ ਨਾਲ ਸਾਨੂੰ ਰੱਬ ਨਹੀਂ ਮਿਲਦਾ, ਸੁੱਖ ਨਹੀਂ ਮਿਲਦਾ, ਸ਼ਾਂਤੀ ਨਹੀਂ ਮਿਲਦੀ, ਸਾਡੇ ਜੀਵਨ ਵਿੱਚ ਆਨੰਦ ਪੈਦਾ ਨਹੀਂ ਹੁੰਦਾ। ਜੇ ਅਸੀਂ ਚਲਾਕੀਆਂ, ਚਤੁਰਾਈਆਂ ਕਰਦੇ ਹਾਂ ਤਾਂ ਸਾਨੂੰ ਅੰਦਰੋਂ ਬਾਹਰੋਂ ਇੱਕ ਹੋਣਾ ਚਾਹੀਦਾ ਜੇ ਅਸੀਂ ਸੁਖੀ ਔਰ ਸ਼ਾਂਤ ਹੋਣਾ ਚਾਹੁੰਦੇ ਹਾਂ।
ਅੱਛਾ ਧੰਨਵਾਦ। ਥੈਂਕ ਯੂ ਜੀ। ਧੰਨਵਾਦ। ਧੰਨਵਾਦ ਜੀ, ਧੰਨਵਾਦ। ਤੇ ਹੋਰ ਕੋਈ ਅਨਮਿਊਟ ਨਹੀਂ ਜੀ? ਇਹਦਾ ਮਤਲਬ ਸਾਰੇ ਸਮਝ ਗਏ ਜੋ ਕੁਛ ਗੱਲ ਕਹੀ ਗਈ ਅੱਜ। ਤੇ ਬਹੁਤ ਹਾਂਜੀ ਵਧੀਆ। ਭਾਈ ਗਗਨਦੀਪ ਸਿੰਘ ਜੀ, ਜੇ ਤੁਸੀਂ ਕੁਝ ਕਹਿਣਾ ਚਾਹੋ ਤੇ ਆਪਣੇ ਵਿਚਾਰ ਰੱਖ ਸਕਦੇ ਹੋ। ਭਾਈ ਖਾਲਸਾ ਜੀ, ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਆਪਾਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਮੈਨੂੰ ਲੱਗਦਾ ਸ਼ਾਇਦ ਤਿਆਰੀ 'ਚ ਗਏ ਹੋਏ ਸੀਗੇ ਸ਼ੁਰੂ ਦੇ ਵਿੱਚ 2 ਵਜੇ, ਆਪਣੇ ਘੰਟਾ ਕੁ ਪਹਿਲਾਂ ਦੀ ਗੱਲ ਆ। ਤੇ ਉਦੋਂ ਹਾਂਜੀ, ਮੈਂ ਸੁਣਦਾ ਪਿਆ ਸੀ ਤੁਹਾਡੀ ਜੋ ਗੱਲਬਾਤ ਆਪਣੀ ਚੱਲਦੀ ਵੀ ਸੀ, ਤਾਂ ਮੈਂ ਚੰਗਾ ਨਹੀਂ ਸਮਝਿਆ ਵਿੱਚ ਆ ਕੇ ਆਪਣੇ ਗੱਲ ਕਰਨਾ। ਨਹੀਂ ਜੀ, ਨਹੀਂ, ਤੁਹਾਨੂੰ ਸੰਬੋਧਨ ਕਰਕੇ ਮੈਂ ਕਿਹਾ ਸੀਗਾ ਵੀ ਤੁਸੀਂ ਆਓ, ਤੁਸੀਂ ਫਤਿਹ ਬੁਲਾ ਲਓ, ਹੋਰ ਕੋਈ ਗੱਲ ਨਹੀਂ ਸੀ। ਅਸੀਂ ਹੋਰ ਕੁਝ ਨਹੀਂ ਮੈਨੂੰ ਸੁਣਿਆ ਨਹੀਂ ਹੈਗਾ। ਅੱਛਾ ਜੀ, ਕੋਈ ਗੱਲ ਨਹੀਂ ਜੀ, ਮੈਂ ਗੈਸ ਕਰ ਲਿਆ ਸੀਗਾ ਕਿ ਸ਼ਾਇਦ ਤੁਸੀਂ ਅੱਗੇ ਪਿੱਛੇ ਹੋਗੇ ਉਸ ਟਾਈਮ ਤੇ ਸ਼ੁਰੂ ਦੇ ਵਿੱਚ। ਹਾਂਜੀ, ਤੇ ਆਪਣੇ ਕੱਲ ਤੋਂ ਜਿਵੇਂ ਸਰਾਧ ਸ਼ੁਰੂ ਹੋ ਰਹੇ ਆ, ਤੇ ਉੱਥੇ ਤੁਹਾਡਾ ਕੀ ਵਿਊਜ਼ ਆ? ਉਹ ਲੋਕੀ ਕਰਦੇ ਆ ਸਰਾਧ। ਅੱਛਾ, ਚਲੋ ਚੰਗਾ ਕੀਤਾ ਤੁਸੀਂ ਦੱਸ ਦਿੱਤਾ ਹੈ। ਸਰਾਧਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਸਿੱਖਾਂ ਦਾ, ਕਿਉਂਕਿ ਸਰਾਧ ਦੱਸਿਆ ਜਾਂਦਾ ਹੈ ਕਿ ਜਿਹੜੇ ਸਾਡੇ ਗੁਜ਼ਰ ਚੁੱਕੇ ਪ੍ਰਾਣੀ ਨੇ, ਜਦੋਂ ਉਹਨਾਂ ਦਾ ਪਿੱਛੋਂ ਬੇਟਾ ਜਾਂ ਕੋਈ ਉਹਨਾਂ ਦੇ ਨਾਮ ਦੇ ਉੱਤੇ ਪੁਜਾਰੀਆਂ ਨੂੰ ਸੱਦ ਕੇ ਲੰਗਰ ਪ੍ਰਸ਼ਾਦਾ ਖਵਾਉਂਦਾ ਹੈ, ਤਾਂ ਉਹ ਲੰਗਰ ਪ੍ਰਸ਼ਾਦਾ ਉਹਨਾਂ ਤੱਕ ਪਹੁੰਚ ਜਾਂਦਾ ਹੈ ਔਰ ਉਹਨਾਂ ਨੂੰ ਤ੍ਰਿਪਤੀ ਹੁੰਦੀ ਹੈ। ਤੇ ਇਹਦੇ ਨਾਲ ਨਾ ਇੱਕ ਕਹਾਣੀ ਜੋੜੀ ਗਈ ਹੈ, ਜਿਹੜੀ ਕਿ ਸੱਚਾਈ ਨਹੀਂ ਹੈ, ਮਿਥਿਹਾਸ ਹੈ। ਰਾਜੇ ਹਰੀਸ਼ ਚੰਦ ਦੇ ਨਾਲ ਜੋੜੀ ਹੈ ਕਿ ਜਦੋਂ ਰਾਜੇ ਹਰੀਸ਼ ਚੰਦ ਦੀ ਮੌਤ ਹੋਈ ਤੇ ਉਹ 1.25 ਮਣ ਸੋਨਾ ਰੋਜ਼ ਦਾਨ ਕਰਦਾ ਸੀ। ਇਹ ਮੈਥੋਲੋਜੀ ਹੈ, ਇਹਨੂੰ ਸੱਚੀ ਨਾ ਸਮਝਿਓ। ਤੇ ਜਦੋਂ ਉਹ ਮਰਿਆ ਤੇ ਸਵਰਗ ਦੇ ਵਿੱਚ ਗਿਆ ਤੇ ਉਹਨੇ ਜਾ ਕੇ ਰੋਟੀ ਮੰਗੀ ਜਮਾਂ ਤੋਂ, ਜਾਂ ਜਿੰਨੇ ਵੀ ਸਵਰਗ ਦੇ ਵਿੱਚ ਸਨ ਜਿਹੜੇ ਵੀ ਦੇਵਤੇ, ਤੇ ਜਦੋਂ ਅੱਗੇ ਹੱਥ ਕਰੇ ਤੇ ਉਹਦੇ ਹੱਥ ਉੱਤੇ ਸੋਨਾ ਰੱਖ ਦੇਣ, ਜਿੱਧਰ ਜਾਵੇ ਉਹਨੂੰ ਸੋਨਾ, ਤੇ ਉਹ ਕਹੇ ਮੈਨੂੰ ਖਾਣ ਲਈ ਰੋਟੀ ਦਿਓ ਯਾਰ, ਕੋਈ ਫਰੂਟ ਫਰਾਟ, ਕੋਈ ਖੀਰ ਖੂਰ ਮੈਨੂੰ ਵੀ ਦੇ ਦਿਓ। ਤੇ ਉਹ ਕਹਿੰਦੇ ਵੀ ਤੂੰ ਸੋਨਾ ਦਾਨ ਕੀਤਾ, ਇਸ ਲਈ ਤੈਨੂੰ ਸਿਰਫ ਸੋਨਾ ਹੀ ਮਿਲ ਸਕਦਾ, ਤੂੰ ਖਾਣ ਨੂੰ ਕਿਸੇ ਨੂੰ ਦਿੱਤਾ ਹੀ ਨਹੀਂ, ਇਸ ਲਈ ਤੈਨੂੰ ਨਹੀਂ ਮਿਲ ਸਕਦਾ। ਤੇ ਉਹਨੇ ਫਿਰ ਧਰਮਰਾਜ ਕੋਲ ਬੇਨਤੀ ਕੀਤੀ ਤੇ ਉਹਨੇ ਆਖਿਆ ਮੈਨੂੰ 15 ਕੁ ਦਿਨ ਦਾ ਟਾਈਮ ਦਿਓ, ਤੇ ਉਹਨਾਂ ਨੂੰ 15 ਕੁ ਦਿਨ ਵਾਸਤੇ ਵਾਪਸ ਭੇਜ ਦਿੱਤਾ। ਤੇ ਫਿਰ ਉਹਨੇ 15 ਦਿਨ ਆਣ ਕੇ ਨਾ ਲੰਗਰ ਪ੍ਰਸ਼ਾਦਾ, ਖੀਰ ਪੂੜੀਆਂ ਤੇ ਸਾਰਾ ਕੁਛ 15 ਦਿਨ ਪੂਰਾ ਚੰਗਾ ਦਾਨ ਕੀਤਾ। ਤੇ 15 ਦਿਨ ਬਾਅਦ ਗਿਆ ਤੇ ਫਿਰ ਉਹਨੂੰ ਪ੍ਰਸ਼ਾਦਾ ਪਾਣੀ ਮਿਲਿਆ। ਉਹ ਜਿਹੜੇ 15 ਦਿਨ ਨੇ ਉਹ ਸਰਾਧਾਂ ਦੇ ਬਣਾ ਲਏ। ਤੇ ਇਹ ਸਿਰਫ ਇੱਕ ਪੁਜਾਰੀ ਦੀ ਕਾਢ ਹੈ। ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ, ਜੀਵਤ ਪਿਤਰ ਨਾ ਮਾਨੇ ਕੋ ਮੂਏ ਸਿਰਾਧ ਕਰਾਹੀ, ਪਿਤਰ ਪੀ ਬਪਰੇ ਕਹੋ ਕਿਉਂ ਪਾਵੇਂ, ਕਊਆ ਕੂਕਰ ਖਾਹੀ, ਮੋਕੋ ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਸ਼ਲ ਕਰਤੇ ਜਗ ਬਿਨਸੇ, ਕੁਸ਼ਲ ਪੀ ਕੈਸੇ ਹੋਈ। ਤਾਂ ਸਰਾਧਾਂ ਦਾ ਗੁਰਮਤ ਦੇ ਨਾਲ ਕੋਈ ਨਹੀਂ ਹੈ। ਇਹ ਚੀਜ਼ਾਂ ਜਿਵੇਂ ਅਸੀਂ ਪਿੱਛੇ ਵਿਚਾਰੀ ਸੀ ਕਿ ਜੇ ਮੁਹਾਕਾ ਘਰ ਮੁਹੇ, ਘਰ ਮੁਹੇ ਪਿਤਰੀ ਦੇ, ਅੱਗੇ ਵਸਤ ਸਜਾਣੀਆਂ ਪਿਤਰੀ ਚੋਰ ਕਰੇ। ਤੇ ਗੁਰੂ ਜੀ ਕਹਿੰਦੇ ਨੇ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ, ਕਿ ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਇਥੋਂ ਦੀਆਂ ਦਿੱਤੀਆਂ ਚੀਜ਼ਾਂ ਅੱਗੇ ਮਿਲਦੀਆਂ ਨੇ, ਉਸ ਬੰਦੇ ਦੇ ਹੱਥ ਵੱਢਣੇ ਚਾਹੀਦੇ ਨੇ। ਇਹ ਮੁਸਫੀ ਦਾ ਮਤਲਬ ਨਿਆਂ ਇਹ ਕਹਿੰਦਾ ਹੈ। ਤੇ ਹੱਥ ਵੱਢਣ ਦਾ ਮਤਲਬ ਇਹ ਨਹੀਂ ਕਿ ਟੋਕਾ ਮਾਰ ਕੇ ਹੱਥ ਵੱਢੋ, ਹੱਥ ਵੱਢਣ ਦਾ ਮਤਲਬ ਉਹਦੇ ਹੱਕ ਖੋਹ ਲੈਣੇ ਚਾਹੀਦੇ ਨੇ। ਕਿਸੇ ਨੂੰ ਵੀ ਇਹ ਗੱਲ ਕਹਿਣ ਦਾ ਹੱਕ ਨਹੀਂ ਹੈ ਕਿ ਇਥੋਂ ਦੇ ਦਿੱਤਾ ਭੋਜਨ ਪ੍ਰਸ਼ਾਦਾ ਅੱਗੇ ਮਿਲੇਗਾ। ਇਸ ਲਈ ਗੁਰਮਤ ਇਹ ਕਹਿੰਦੀ ਹੈ ਕਿ ਆਪਣੇ ਬਜ਼ੁਰਗਾਂ ਦਾ, ਮਾਂ-ਬਾਪ ਦਾ ਇਸ ਦੁਨੀਆ ਦੇ ਵਿੱਚ ਜਿਉਂਦਿਆਂ ਹੋਇਆਂ ਉਹਨਾਂ ਦੀ ਸੇਵਾ ਕਰੋ, ਖੁਸ਼ੀ ਉਹਨਾਂ ਦੀ ਲਓ, ਪ੍ਰਸੰਨਤਾ ਲਓ। ਤੇ ਮਰਨ ਤੋਂ ਬਾਅਦ ਕਿਸੇ ਨੂੰ ਕੋਈ ਚੀਜ਼ ਨਹੀਂ ਮਿਲਦੀ, ਇਹ ਸਿਰਫ ਇੱਕ ਪੁਜਾਰੀਆਂ ਦੀ ਕਾਢ ਹੈ। ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ। ਭਾਈ ਖਾਲਸਾ ਜੀ, ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਰਿੰਦਰ ਸਿੰਘ ਜੱਸਲ ਸਾਹਿਬ, ਤੁਸੀਂ ਅਨਮਿਊਟ ਹੋਏ ਗਏ। ਸੌਰੀ, ਮੈਂ ਥੋੜੇ ਕਰੋ ਗੱਲ ਜੀ, ਤੁਸੀਂ ਗੱਲ ਕਰਨੀ ਤਾਂ। ਜੱਸਲ ਸਾਹਿਬ ਪਹਿਲਾਂ ਅਨਮਿਊਟ ਕਰ ਲਓ ਵੀਰ ਜੀ ਆਪਣੇ ਆਪ ਨੂੰ। ਜੱਸਲ ਸਾਹਿਬ ਉਹ ਸੌਰੀ, ਹਾਂਜੀ ਹੁਣ ਬੋਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਪਰਸਨਲ ਕੁਐਸਚਨ ਹੈ ਜੀ ਇਹ, ਵੀ ਜਦੋਂ ਆਪਾਂ ਕਹਿੰਦੇ ਆ ਰੱਬ ਮਿਲ ਜੂਗਾ, ਜੇ ਉਹ ਰੱਬ ਮਿਲ ਵੀ ਜਾਂਦਾ ਤਾਂ ਕੀ ਫੀਲਿੰਗ ਹੁੰਦੀ ਹੈ ਬੰਦੇ ਨੂੰ? ਕਿਵੇਂ ਪਤਾ ਲੱਗਦਾ ਮੈਨੂੰ ਰੱਬ ਮਿਲ ਗਿਆ? ਰੱਬ ਮਿਲਣ ਦਾ ਮਤਲਬ ਵੀਰ ਜੀ, ਰੱਬ ਉਹ ਬੰਦਾ ਨਾ ਗੁਣਾਂ ਦੇ ਵਿੱਚ ਲੀਨ ਹੋ ਜਾਂਦਾ, ਉਹਦੇ ਵਿੱਚ ਔਗਣ ਕੋਈ ਨਹੀਂ ਰਹਿੰਦਾ। ਰੱਬ ਦਾ ਮਿਲਣ ਦਾ ਮਤਲਬ ਸੱਚ ਦਾ ਮਿਲ ਜਾਣਾ। ਮਨ ਬਚਨ ਕਰਮ ਕਰਕੇ ਬੰਦਾ ਸੱਚਾ ਹੋ ਜਾਂਦਾ ਹੈ ਤੇ ਉਸ ਬੰਦੇ ਦੇ ਅੰਦਰ ਵਿਗਾਸਤਾ ਆਉਂਦੀ ਹੈ, ਪ੍ਰਸੰਨਤਾ, ਖੁਸ਼ੀ ਉਹਦੇ ਅੰਦਰ ਬਣਦੀ। ਰੱਬ ਮਿਲਣ ਦਾ ਇਹ ਨਹੀਂ ਕਿ ਸਾਡੇ ਸਾਹਮਣੇ ਕੋਈ ਮਤਲਬ ਸ਼ੈ ਆਣ ਕੇ ਖੜੀ ਹੋਏਗੀ, ਪ੍ਰਕਾਸ਼ ਹੋਏਗਾ ਜਾਂ ਦਰਸ਼ਨ ਹੋਏਗਾ।
ਰੱਬ ਮਿਲਣ ਦਾ ਮਤਲਬ ਕਿ ਸਾਡੀ ਸੁਰਤ ਬ੍ਰਹਿਮੰਡੀ ਜੋ ਸੱਚ ਯੂਨੀਵਰਸਲ ਟਰੁਥ ਹੈ ਉਹਦੇ ਵਿੱਚ ਸਮਾ ਜਾਂਦੀ ਹੈ ਤੇ ਸਾਡੇ ਅੰਦਰੋਂ ਈਰਖਾ, ਦਵੇਸ਼, ਵੈਰ, ਵਿਰੋਧ, ਔਗਣ ਸਾਰੇ ਖਤਮ ਹੋ ਜਾਂਦੇ ਨੇ। ਮਨ, ਬਚਨ ਔਰ ਕਰਮ ਕਰਕੇ ਸਿਰਫ ਗੁਣ ਰਹਿ ਜਾਂਦੇ ਨੇ। ਠੀਕ ਹੈ, ਧੰਨਵਾਦ। ਜਿਸ ਤਰ੍ਹਾਂ ਧੰਨਵਾਦ। ਜਿਨਕੇ ਪੱਲੇ ਤੂੰ ਵਸੇ ਤੇ ਨਰ ਗੁਣੀ ਗਹੀਰ। ਹਾਂਜੀ 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 ਹਾਂ ਹਾਂ, ਜਿਵੇਂ ਭੈਣ ਜਗਜੀਤ ਕੌਰ ਕਹਿ ਰਹੇ ਨੇ ਵੀ ਜਿਨ੍ਹਾਂ ਦੇ ਪੱਲੇ ਤੂੰ ਵਸਣਾ ਉਹ ਗੁਣਾਂ ਦੇ ਖਜ਼ਾਨੇ ਬਣ ਜਾਂਦੇ ਨੇ, ਪਰ ਗੁਣ ਆ ਜਾਂਦੇ ਨੇ ਬਾਅਦ 'ਚ। ਹਾਂ ਠੀਕ ਭੈਣ ਜਗਜੀਤ ਕੌਰ, ਤੁਹਾਡਾ ਉੱਤਰ ਠੀਕ, ਬਿਲਕੁਲ ਬਹੁਤ ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ। ਚਲੋ ਠੀਕ ਹੈ ਜੀ, ਹੋਰ ਤਾਂ ਸਾਡੇ ਕੋਲ ਕੋਈ ਵੀ ਇਸ ਵੇਲੇ ਸਵਾਲ ਜਵਾਬ ਕਰਨ ਵਾਲੇ ਨਹੀਂ ਹੈਗੇ ਜੀ, ਸਾਰੇ ਸੈਟਿਸਫਾਈਡ ਆ। ਤੇ ਇੱਥੇ ਆਪਾਂ ਫਿਰ ਸਮਾਪਤੀ ਕਰ ਦਿੰਦੇ ਜੀ। ਇੱਕ ਵਾਰੀ ਫੇਰ ਰਿਮਾਈਂਡਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਾਡਾ ਟਾਈਮ ਚੇਂਜ ਹੋ ਗਿਆ ਹੈ 2 ਵਜੇ ਤੋਂ ਲੈ ਕੇ 1 ਘੰਟਾ ਪਹਿਲਾਂ 1 ਵਜੇ। ਤਾਂ 1 ਵਜੇ ਅਸੀਂ ਮਤਲਬ ਸ਼ੁਰੂ ਕਰ ਦਈਦਾ, ਇੰਗਲੈਂਡ ਦੇ UK ਦੇ ਟਾਈਮ ਦੇ ਮੁਤਾਬਕ 1 ਵਜੇ ਪ੍ਰੋਗਰਾਮ ਸ਼ੁਰੂ ਹੋਣ ਲੱਗ ਪੈਂਦਾ। ਅੱਗੇ ਅਸੀਂ 2 ਵਜੇ ਸ਼ੁਰੂ ਕਰਦੇ ਸੀ। ਤੇ ਕੱਲ ਨੂੰ ਵੀ ਆਪਾਂ 1 ਵਜੇ ਵਾਪਸ ਆਵਾਂਗੇ ਜੀ ਇਸੇ ਤਰ੍ਹਾਂ। ਆਪ ਵੀ ਆਓ, ਹੋਰਾਂ ਨੂੰ ਵੀ ਦੱਸੋ ਜੇ ਵੀ ਹੋਰ ਵੀ ਕੋਈ ਜੁੜ ਸਕਦੇ ਸਾਡੇ ਨਾਲ ਤੇ ਲਾਹਾ ਲੈ ਸਕਦੇ ਆ। ਤੇ ਇੱਥੇ ਆਪਾਂ ਸਮਾਪਤੀ। ਹਾਂਜੀ ਮੈਨੂੰ YouTube ਦਾ ਭੇਜ ਸਕਦੇ ਆ ਤੁਸੀਂ ਜਿੱਥੇ ਰਿਕਾਰਡਿੰਗ ਕਰਦੇ ਹੋ? ਹਾਂਜੀ ਭੇਜ ਦਿੰਦੇ ਆ। ਥੈਂਕ ਯੂ। ਠੀਕ ਹੈ ਜੀ, ਠੀਕ ਹੈ। YouTube ਦਾ ਲਿੰਕ ਨਾ ਮੈਨੂੰ ਵੀ ਭੇਜਿਆ, ਜਿਹੜਾ ਕੱਲ ਵਾਲਾ ਨਾ ਉਹ ਮੈਨੂੰ ਵੀ ਭੇਜੋ ਜੇ ਲਿੰਕ। ਠੀਕ ਹੈ ਜੀ। ਉਹ ਕਿਸੇ ਨੂੰ ਮੰਗਿਆ ਸੀ ਤੇ ਮੈਂ ਕੱਲ Facebook ਤੇ ਮੇਰੀ ਰਿਕਾਰਡਿੰਗ ਨਹੀਂ ਠੀਕ ਹੋ ਪਾਈ ਤੇ ਉਹ ਫਿਰ ਮੈਂ YouTube ਦਾ ਲਿੰਕ ਉਹਨਾਂ ਨੂੰ ਭੇਜ ਦਿੱਤਾ। ਠੀਕ ਹੈ ਜੀ, ਮੈਂ ਭੇਜ ਦਿੰਦਾ। ਧੰਨਵਾਦ ਜੀ। ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਆਪਾਂ ਕੱਲ ਨੂੰ ਮੁੜ ਕੇ ਫਿਰ 1 ਵਜੇ ਆਵਾਂਗੇ ਜੀ ਵਾਪਸ ਇੱਥੇ ਕਿਸੇ ਚੈਨਲ ਤੇ। ਗਿਆਨੀ ਜੀ ਮੈਨੂੰ ਵੀ ਭੇਜ ਦਿਓ ਜੀ, ਮੈਨੂੰ ਵੀ ਭੇਜ ਦਿਓ ਜੀ ਲਿੰਕ। ਭੇਜ ਦਿੰਦਾ ਜੀ, ਮੈਂ ਤੁਹਾਨੂੰ ਵੀ ਭੇਜ ਦਿੰਦਾ। ਥੈਂਕ ਯੂ ਜੀ। ਹਾਂਜੀ ਬਾਬਾ ਜੀ। ਹਾਂਜੀ। ਕੱਲ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਗੁਰਤਾ ਗੱਦੀ ਦਿਵਸ ਸੀ। ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਤੇ ਕੱਲ ਮੇਰੇ ਦਿਮਾਗ 'ਚੋਂ ਵਿਸਰ ਗਈ ਗੱਲ, ਤਾਂ ਅੱਜ ਸਾਰੇ ਸੰਗਤਾਂ ਨੂੰ ਵਧਾਈ ਦੇਣਾ ਚਾਹੁੰਦਾ। ਧੰਨਵਾਦ ਬਹੁਤ ਧੰਨਵਾਦ ਜੀ। ਠੀਕ ਹੈ ਜੀ, ਹੋਰ ਕਿਸੇ ਨੇ ਕੋਈ ਗੱਲ ਕਰਨੀ ਤਾਂ ਦੇਖ ਲਓ ਜੀ, ਨਹੀਂ ਤਾਂ ਮੈਂ ਸਮਾਪਤੀ ਕਰਨ ਲੱਗਾ ਜੀ। ਵੀਰ ਜੀ ਮੈਨੂੰ ਵੀ ਰਿਕਾਰਡਿੰਗ ਭੇਜ ਦੇਣਾ ਪਲੀਜ਼। ਰਿਕਾਰਡਿੰਗ ਤੁਸੀਂ ਆਪੇ ਦੇਖ ਲਿਓ ਜੀ, ਮੈਂ ਤੁਹਾਨੂੰ YouTube ਚੈਨਲ ਦਾ ਭੇਜ ਦੂੰਗਾ ਲਿੰਕ। ਹਾਂ ਭੇਜ ਦੇਣਾ, ਉਹ ਨਿਕਲਿਆ ਨਹੀਂ ਮੇਰੇ ਕੋਲ YouTube ਤੇ ਨਾ। ਜੇ ਤੁਸੀਂ ਲਿੰਕ ਭੇਜਿਆ ਸੀ ਨਾ ਬਲੂ ਵਾਲਾ ਵੀ, ਇੱਥੇ ਕਲਿੱਕ ਕਰੋ, ਉਹਦੇ 'ਚ ਸਾਰੀਆਂ ਨਹੀਂ ਆ ਰਹੀਆਂ, ਕੋਈ ਆ ਰਹੀ ਹੈ। ਉਹਦੇ 'ਚ ਕੀ ਆ ਰਿਹਾ ਜੀ? ਸਾਰੀਆਂ ਨੂੰ ਰਿਕਾਰਡਿੰਗ ਨਹੀਂ ਆ ਰਹੀਆਂ, ਇੱਕ ਅੱਧੀ ਆਉਂਦੀ ਹੈ। ਮੈਂ ਕਿਹਾ ਮੈਂ ਸਾਰੇ ਸ਼ੁਰੂ ਤੋਂ ਸੁਣਨਾ ਚਾਹਦੀ ਸੀ। ਨਹੀਂ ਜੀ, ਉਹਦੇ ਵਿੱਚ ਸਾਰੀਆਂ ਹੀ ਆ, ਉਹਦੇ ਵਿੱਚ ਸਾਰੀਆਂ ਹੀ ਆ। ਤੁਸੀਂ ਧਿਆਨ ਨਾਲ ਕਰਿਓ ਇੱਕ ਵਾਰੀ ਫੇਰ, ਜਦੋਂ YouTube ਚੈਨਲ 'ਚ ਜਾਂਦੇ ਆ ਨਾ ਤਾਂ ਉਹਦੇ ਵਿੱਚ ਇੱਕ ਜਗ੍ਹਾ ਤੇ ਆਉਂਦਾ ਪਲੇਲਿਸਟ। ਹਾਂਜੀ ਠੀਕ ਹੈ ਜੀ, ਉਹ ਪਲੇਲਿਸਟ ਤੇ ਤੁਸੀਂ ਉਂਗਲੀ ਮਾਰੋਗੇ ਤਾਂ ਉਹਦੇ ਵਿੱਚ ਇਹਦਾ ਫੋਲਡਰ ਬਣੇ ਹੋਆ। ਉਹਦੇ ਵਿੱਚ ਇੱਕ ਕਥਾ ਦਾ ਫੋਲਡਰ ਆ, ਉਹਦੇ ਵਿੱਚ ਕੋਈ 120 130 ਕਥਾ ਏਦਾਂ ਹੈਗੀਆਂ। ਓਕੇ ਉਹਨਾਂ ਦੇ ਵਿੱਚ ਭਾਈ ਸਾਹਿਬ ਦੀ ਵੀ ਕਥਾ ਹੈਗੀਆਂ, ਉਹਨਾਂ ਤੋਂ ਪਹਿਲਾਂ ਵੀ ਜਿਹੜੇ ਸੀਗੇ ਸਾਰੀਆਂ ਕਥਾ ਉਹਦੇ ਵਿੱਚ ਫਾਈਲ ਹੋਈਆਂ ਆ। ਠੀਕ ਹੈ ਵੀਰ ਜੀ, ਮੈਂ ਟਰਾਈ ਕਰਾਂਗੀ ਦੁਬਾਰਾ ਫਿਰ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਚੰਗਾ ਜੀ, ਫਿਰ ਆਪਾਂ ਕੱਲ ਨੂੰ ਵਾਪਸ ਆਨੇ ਜੀ। ਇੱਥੇ ਸਮਾਪਤੀ ਕਰਦੇ। 5:30 ਸ਼ੁਰੂ ਕਰ ਦਿਓ, ਇੰਡੀਆ ਦਾ ਟਾਈਮ 5:30 ਹੈ। ਹਾਂਜੀ, ਇੰਡੀਆ ਦਾ ਟਾਈਮ 5:30 5:30 ਵਜੇ ਇੰਡੀਆ ਦਾ ਟਾਈਮ ਹੈ। ਹੋ ਗਈ, ਮੈਂ 6 ਵਜੇ 6:30 ਲੱਗੀ ਸੀ, ਚੱਲਿਆ ਹੀ ਨਹੀਂ ਮੇਰਾ ਨਾ। ਹਾਂਜੀ ਕੋਈ ਗੱਲ ਨਹੀਂ ਜੀ, ਕੋਈ ਨਹੀਂ। ਨੋ ਵਰੀ। ਥੈਂਕ ਯੂ ਸੋ ਮਚ। ਅੱਛਾ ਜੀ, ਫਤਿਹ ਬੁਲਾਓ ਜੀ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।